1997 'ਚ ਅਸੀਂ ਕਾਲਜ ਖੋਲ੍ਹਿਆ ਨਰਸਿੰਗ ਦਾ। 2005 'ਚ ਅਸੀਂ ਐਜੂਕੇਸ਼ਨ ਖੋਲ੍ਹਿਆ BEd BA BCom BCA। ਫਿਰ ਹੁਣ ਪੈਰਾਮੈਡੀਕਲ ਖੋਲ੍ਹਿਆ। ਸਾਡੇ ਬੱਚੇ ਜਿੰਨੇ ਵੀ ਹੈ ਨਰਸਿੰਗ ਦੇ ਦੇਸ਼ਾਂ ਵਿਦੇਸ਼ਾਂ 'ਚ ਜੌਬ ਕਰਦੇ ਪਏ ਆ। ਹੁਣ ਐਜੂਕੇਸ਼ਨ ਦੇ ਬੱਚੇ ਸਕੂਲਾਂ 'ਚ ਜੌਬ ਕਰਦੇ ਪਏ ਆ। ਜੋ ਵੀ ਗਵਰਨਮੈਂਟ ਜੌਬਸ ਨਿਕਲਦੀਆਂ ਨੇ ਅੱਜ ਕੱਲ੍ਹ ਤਾਂ ਸੈਲਰੀਜ਼ ਜਿਹੜੀਆਂ ਨੇ ਉਹ ਆਈ ਥਿੰਕ 70,000 ਤੋਂ ਉੱਪਰ ਸੈਲਰੀ ਗਵਰਨਮੈਂਟ ਨੇ ਸੈੱਟ ਕਰ ਰੱਖੀ ਹੈ ਨਰਸਿੰਗ ਉਹਦੇ ਵਿੱਚ ਗਵਰਨਮੈਂਟ ਦੇ ਵਿੱਚ। ਇਹ ਰਤਨ ਪ੍ਰੋਫੈਸ਼ਨ ਜਿਹੜਾ ਇਹ ਕਾਲਜ ਹੈ, ਇੱਥੇ ਜਿਹੜੇ ਬੱਚੇ ਆਉਂਦੇ ਹੈ ਉਹ ਸ਼੍ਰੀਨਗਰ ਤੋਂ ਆਉਂਦੇ ਹੈ, ਅਰੁਣਾਚਲ ਤੋਂ ਆਉਂਦੇ ਹੈ, ਮਨੀਪੁਰ ਤੋਂ ਆਉਂਦੇ ਹੈ, ਬਿਹਾਰ ਤੋਂ ਆਉਂਦੇ ਹੈ, ਯੂਪੀ ਤੋਂ ਆਉਂਦੇ ਹੈ। ਦੇਸ਼ਾਂ ਵਿਦੇਸ਼ਾਂ ਮਤਲਬ ਵੀ ਬਾਹਰ ਤੋਂ USA ਤੋਂ ਵੀ ਪੜ੍ਹ ਕੇ ਗਏ ਹੈ। ਇੱਕ ਲੜਕੀ MBBS ਕੀਤੀ ਵੀ ਸੀਗੀ। ਉਹ ਬੱਚੇ ਨੇ ਇੱਥੇ ਸਾਡੇ ਕੋਲ ਨਰਸਿੰਗ BSc ਨਰਸਿੰਗ ਕਰਕੇ ਗਈ ਹੈ ਪੂਰੇ 4 ਸਾਲ ਲਗਾ। ਜਿਹੜੇ ਬੱਚੇ ਪੰਜਾਬ ਤੋਂ +2 ਤੋਂ ਬਾਅਦ ਜਾਂਦੇ ਆ ਉਹ ਆਪਣਾ ਇੱਥੇ ਨਰਸਿੰਗ ਦਾ ਕੋਰਸ ਕਰਕੇ ਜਾਓ, ਉਹਨਾਂ ਦਾ ਅੱਛਾ ਭਵਿੱਖ ਬਣੇਗਾ, ਕੈਨੇਡਾ 'ਚ ਬਣੇਗਾ। ਸਾਡਾ ਵੈਸਟਰਨ ਯੂਨੀਵਰਸਿਟੀ ਕੈਲੀਫੋਰਨੀਆ ਨਾਲ ਸਾਡਾ MOU ਹੈ। ਅਸੀਂ ਬੱਚਿਆਂ ਨੂੰ ਕਹਿੰਦੇ ਵੀ 1 ਸਾਲ ਤੁਸੀਂ ਸਾਡੇ ਕੋਲ ਪੜ੍ਹੋ, 2 ਸਾਲ ਤੁਸੀਂ ਕੈਨੇਡਾ USA ਜਾ ਕੇ ਪੜ੍ਹ ਸਕਦੇ ਆ। ਨਾਲ ਉਹ ਜੌਬ ਵੀ ਕਰ ਸਕਦੇ ਆ, ਉਹ ਆਪਣੀ ਤਨਖਾਹ ਨਾਲ ਕੱਢ ਵੀ ਸਕਦੇ ਆ। ਏਨਮ ਦਾ ਡਿਪਲੋਮਾ ਹੈਗਾ ਜਿਹੜੇ ਨਰਸਿਸ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ ਪਿੰਡਾਂ ਦੇ ਵਿੱਚ ਜੋ ਡਿਸਪੈਂਸਰੀਜ਼ ਹੈ ਜਾਂ ਪ੍ਰਾਇਮਰੀ ਹੈਲਥ ਸੈਂਟਰਸ ਹੈ ਉੱਥੇ ਉਹ ਜੌਬ ਕਰ ਸਕਦੇ ਨੇ। ਅਤੇ ਜਿਹੜੇ ਸਾਡੇ ਕੋਲ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਹੈ ਉਹ ਵੀ ਕੋਰਸ ਜਿਹੜੇ ਏਨਮ ਆਰਟਸ ਤੋਂ ਪਾਸ ਬੱਚੇ ਨੇ ਉਹ ਕਰ ਸਕਦੇ ਨੇ। SC ਬੱਚੇ ਆ ਉਹਨਾਂ ਲਈ ਤਾਂ ਗਵਰਨਮੈਂਟ ਵੱਲੋਂ ਸਕਾਲਰਸ਼ਿਪ ਹੈ, ਉਹਨਾਂ ਨੂੰ ਤਾਂ ਸਕਾਲਰਸ਼ਿਪ ਵੀ ਮਿਲ ਜਾਣੀ ਆ ਅਤੇ ਉਹਨਾਂ ਦਾ ਫ੍ਰੀ ਵਰਗਾ ਕੋਰਸ ਹੋ ਜਾਣਾ ਜਿਹੜੇ SC ਬੱਚੇ ਨੇ। यहाँ पे हम बच्चों को डेमोन्स्ट्रेट करते हैं कि जब बच्चे हॉस्पिटल में जाते हैं तो ये डमीज़ हैं तो उनको पहले ही प्रोसीजर देते हैं सो दैट कि वो अवेयर हो सके और उनको वहाँ पे फ्रेंडली एनवायरनमेंट मिल सके। ਪੂਰੇ ਲੈਬ 'ਚ ਸਾਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਅਸੀਂ ਪੇਸ਼ੈਂਟ ਨਾਲ ਕਿੱਦਾਂ ਡੀਲ ਕਰਨਾ ਹੈ ਅਤੇ ਪੇਸ਼ੈਂਟ ਨਾਲ ਕਿਵੇਂ IPR ਮੇਨਟੇਨ ਕਰਨਾ ਹੈ ਤਾਂ ਕਿ ਪੇਸ਼ੈਂਟ ਸਾਡੇ ਨਾਲ ਕੋਆਪਰੇਟ ਕਰ ਸਕੇ। ਇੱਕ ਆਪਣਾ ਵੀ ਲੈਵਲ ਮੇਨਟੇਨ ਰੱਖਣਾ, ਇੱਕ ਉਹਨਾਂ ਦਾ ਵੀ ਕਿ ਉਹ ਵੀ ਆਪਣੇ ਪ੍ਰੋਬਲਮਸ ਆਪਣੇ ਡਿਸਕਸ ਕਰ ਸਕਣ ਅਤੇ ਉਹਨਾਂ ਦੇ ਫੀਅਰਸ ਆਪਣਾ ਟ੍ਰੀਟਮੈਂਟ ਸਾਡੇ ਨਾਲ ਖੁੱਲ੍ਹ ਕੇ ਕਰ ਸਕਣ ਅਤੇ ਆਪਾਂ ਉਹਨਾਂ ਦਾ ट्रीटमेंट अच्छे से। यहाँ अच्छा लगा मुझे, यहाँ बेटर एक्सपीरियंस मिल रहा है, यहाँ अच्छे टीचर्स हैं, मतलब कि हमें अच्छे से कोऑपरेट करते हैं टीचर्स, हर एक चीज़ अच्छे से समझाते हैं। क्रिटिकल पेशेंट होता है उसको कैसे ट्रीट करते हैं, ठीक है। तो ये हमारा इलेक्ट्रिकल बेड है, इसमें क्या है हम एडजस्ट कर सकते हैं। जैसे इसमें मैंने इनको एक्सपोजर दिया है कि आपने पोजीशन कैसे प्रोवाइड करनी है। सपोज़ मुझे पोजीशन प्रोवाइड करनी है, हेड को रेज़ करना है, एलिवेट करना है, तो मैं दिखा रही हूँ इनको कि हेड को हम कैसे एलिवेट करेंगे। तो यहाँ पे हमने जो फीटल सर्कुलेशन है इसका एक बड़ा सा एक पोस्टर मॉडल टैब बनवाया हुआ है, ठीक है, जिससे बच्चों को फीटल सर्कुलेशन समझाने में इजी रहे। उसके बाद जनरली जो हॉस्पिटल्स में सेटअप होते हैं हर किसी में, ये फ़ोटोथेरेपी का मॉडल इसमें बताया हुआ है कि फ़ोटोथेरेपी में कैसे की जाती है, ठीक है, उसमें क्या प्रिकॉशंस लिए जाते हैं बेबी के। हर तीजे घर ਦੇ ਵਿੱਚ ਡਾਇਬੀਟੀਜ਼ ਹੋ ਰਿਹਾ ਪੇਸ਼ੈਂਟ ਨੂੰ ਜਾਂ ਫਿਰ ਯੰਗ ਏਜ ਦੇ ਵਿੱਚ ਹਾਰਟ ਅਟੈਕ ਆ ਰਹੇ ਨੇ, ਸਟ੍ਰੋਕ ਆ ਰਿਹਾ ਹੈ। ਇਹਦੇ ਕਰਕੇ ਇਹ ਸਾਰਾ ਕੁਝ ਸਾਡਾ ਡਾਈਟਰੀ ਪੈਟਰਨ ਕਰਕੇ ਹੈਗਾ ਤੇ ਆਪਾਂ ਇੱਥੇ ਇਸ ਕਾਲਜ ਦੇ ਵਿੱਚ ਨਰਸਿਸ ਨੂੰ ਜਾਂ ਆਪਣੇ ਸਟੂਡੈਂਟ ਨੂੰ ਪ੍ਰਿਪੇਅਰ ਕਰਦੇ ਹਾਂ ਕਿ ਉਹ ਪੇਸ਼ੈਂਟ ਨੂੰ ਦੱਸਣ ਕਿ ਉਹਨਾਂ ਲਈ ਕਿਹੜਾ ਫੂਡ ਵਧੀਆ ਹੈਗਾ ਤੇ ਕਿਹੜਾ ਉਹਨਾਂ ਲਈ ਅਨਹੈਲਦੀ ਹੈਗਾ। ਰਤਨ ਨਰਸਿੰਗ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੜ੍ਹਾਈ ਕਰਾਈ ਜਾਂਦੀ ਹੈ ਉਹ ਤੁਹਾਨੂੰ ਦਿਖਾਉਂਦੇ ਆ। ਅਸੀਂ ਹੁਣ ਜਰਨਲ ਵਾਰਡ ਦੇ ਵਿੱਚ ਆ। ਇੱਧਰ ਤੁਸੀਂ ਦੇਖ ਰਹੇ ਹੋ ਇੱਕ ਵਾਰਡ ਬਣਾਈ ਗਈ ਹੈ। ਮੈਡਮ ਸਾਡੇ ਨਾਲ ਨੇ। ਮੈਮ ਤੁਹਾਡਾ ਨਾਮ ਦੱਸਿਓ। सोमलता, ਤੁਸੀਂ ਇੱਥੇ ਕੀ ਪੜ੍ਹਾਉਂਦੇ ਹੋ ਜੀ? मैं यहाँ पे असिस्टेंट प्रोफेसर वर्क करती हूँ। मैं यहाँ पे नर्सिंग फाउंडेशन पढ़ाती हूँ और मेडिकल सर्जिकल नर्सिंग पढ़ाती हूँ। और सानू थोड़ी जानकारी दो जरनल वार्ड ਦੇ ਵਿੱਚ किस तरह नाल तुसी स्टूडेंट्स। ये नर्सिंग फाउंडेशन लैब है, यहाँ पे हम बच्चों को डेमोन्स्ट्रेट करते हैं कि जब बच्चे हॉस्पिटल में जाते हैं तो ये डमीज़ हैं तो उनको पहले ही प्रोसीजर देते हैं सो दैट कि वो अवेयर हो सके और उनको वहाँ पे फ्रेंडली एनवायरनमेंट मिल सके कि भाई वो कैसे पेशेंट को ट्रीट करना है। सो हम उनको यही सिखाते हैं यहाँ पे कि पेशेंट को कैसे ट्रीट करना है जब आप हॉस्पिटल में जाते हो। तो जरूर सानू दस्सिओ भी तुहाडे स्टूडेंट भी खड़े ने, उन्हां दे नाल सानू दस्सिओ किस तरीके दे नाल जिहड़ा ये ਤੁਹਾਡਾ ਇੱਥੇ प्रोसैस रहता जी। और बच्चों को हम कुछ प्रोसीजर देते हैं तो मतलब ये डमी है एक, इसी पे मैं प्रोसीजर दूंगी आज बच्चों को। तो इसमें मैं आज इन बच्चों को प्रोसीजर दूंगी आई केयर के ऊपर।
आई केयर में हम क्या करते हैं कि जब बच्चे जाते हैं हॉस्पिटल में तो वहाँ पे जो पेशेंट होते हैं, अब उनको आई केयर कैसे देनी है, तो यहाँ पे मैं इनको डमी में सिखाऊंगी कि आपने पेशेंट को कैसे आई केयर देनी है। तो यहाँ पे बच्चों देखो, आई केयर का क्या होता है, इसमें हम पेशेंट की आई को क्लीन करते हैं और असेस करते हैं और साथ में इरिगेट करते हैं कि जो भी लिक्राइमल सिक्रीशन होती है उसको कैसे वॉश आउट करना है, ठीक है। तो इसके लिए इसका पर्पज़ क्या है, इसका पर्पज़ है कि हम सबसे पहले पेशेंट का जो इन्फेक्शन है उसको प्रिवेंट करेंगे। सेकेंडली हम क्या करेंगे, उसकी पेन को रिलीव करेंगे और उसको कंफर्ट प्रोवाइड करेंगे, ठीक है। तो इसके लिए हमें क्या क्या रिक्वायरमेंट्स क्या है, इक्विपमेंट क्या चाहिए। तो फर्स्ट जो है वो हम करते हैं क्लीन ट्रे, ठीक है। ये क्या है, एक स्टीराइल ट्रे है। इस स्टीराइल ट्रे में आपने क्या रखना है, एक किडनी ट्रे होगी, आपके ग्लव्स होंगे और थम फॉरसेप्स होगा, देन एक आपकी कॉटन विद बॉल होगा, ठीक है, और टॉवल होगा। ये सारे स्टीराइल होंगे और एक क्या है, पेपर बैग होगा, ठीक है। अब आपने क्या करना है, पहले पेशेंट को सबसे पहले अपने प्रोसीजर एक्सप्लेन करना है ताकि आप पेशेंट के साथ आईपीआर मेंटेन कर सकें। और इससे क्या है कि पेशेंट डरता नहीं है, ठीक है। तो पेशेंट जो है इनके साथ फैमिलियर हो जाए, वो बताएंगे कि पेशेंट को किस तरह से ट्रीट करना है ताकि पेशेंट डरे ना, ठीक है। तो आपने क्या करना है, ऑल द आर्टिकल ਮਰੀਜ਼ ਦੇ ਨਾਲ ਇਹ ਵੀ ਹੁੰਦਾ ਕਿ ਤੁਸੀਂ ਫਰੈਂਡਲੀ ਮਾਹੌਲ ਬਣਾਉਣਾ ਵੀ ਜ਼ਰੂਰੀ ਹੈ ਕਿ ਉਹ ਤੁਹਾਡੇ ਕੋਲ ਇੱਕ फैमिली मेंबर एक फ्रेंड की तरह फील करे। तो यही बताना है इनको कि पहले जो भी आप प्रोसीजर कर रहे होते हैं वो पेशेंट को बताना है आपने। मतलब ਇਲਾਜ ਦੇ ਨਾਲ ਪੜਾਉਣ ਦੇ ਨਾਲ ਤੁਸੀਂ ਇਕੱਲਾ ਇਲਾਜ ਇਦਾਂ ਹੋ ਨਹੀਂ ਸਕਦਾ ਜੇ ਤੁਹਾਡਾ ਉਹਦੇ ਨਾਲ ਵਧੀਆ बॉन्ड नहीं बनता पेशेंट के नाल। अगर आपका पेशेंट के साथ अच्छा बॉन्ड नहीं है तो पेशेंट आपसे डरेगा और वो हो सकता है वो इरिटेट हो जाए या आप पे चिल्लाने लग जाए, या पेशेंट को ये होता है कि वो डरा बहुत होता है। तो आप पेशेंट को जब उसके साथ प्रॉपर आईपीआर मेंटेन करते हो तो वो डरता नहीं है और आपको अपने ऊपर प्रोसीजर अच्छे से करने देता है। तो इसी हाँ जी, तो प्रोसेस ये है कि अब आपने क्या करना है, जितने भी आर्टिकल्स हैं सबसे पहले वो बेड साइड पे असेंबल कर लेने हैं, ठीक है, और पेशेंट को एक कंफर्टेबल पोजीशन प्रोवाइड कर देनी है अकॉर्डिंग टू प्रोसीजर, ठीक है। तो इसमें आपने क्या करना है बेटा, सबसे पहले आपने क्या करना है, पेशेंट के नीचे हमने मैकिन्टॉस बिछानी है, उसके बाद हमने टॉवल करना है ताकि जो हम भी उसके ऊपर अप्लाई कर रहे चीज़ें वो बेड हमारी जो लिनन है वो डर्टी ना हो, ठीक है। तो इसके लिए हमने क्या करा, इसके नीचे टॉवल करेंगे हम स्प्रेड, ठीक है। तो इसको आप उठाओ बेटा, हम इसको हल्के से उठाएंगे। अभी आपने इसको कंफर्टेबल पोजीशन प्रोवाइड कर दी है, अब आप अपना प्रोसीजर फॉलो करोगे, ठीक है। तो आपने क्या करना है, ये आपका थंब फॉरसेप है और ये कॉटन बाउल्स है, ठीक है। तो आपकी ये बाउल्स है, ये कॉटन है, वो डिप है, ठीक है। तो इसके साथ आपने क्या करना है, इनर टू आउटर में क्या करना है, आपने इसको वॉश करना है, ठीक है, और क्लीन करना है। तो इनर टू आउटर लाइक दिस, वन स्ट्रोक में, ठीक है, और इसको डिस्कार्ड कर देना है किडनी ट्रे में, ठीक है। सेकेंड, आपने दूसरी आई पे भी सेम प्रोसीजर करना है। कैसे करना है, इनर टू आउटर करना है, ठीक है, और इस तरह से आपने इसको डिस्कार्ड कर देना है। और उसके बाद क्या है, अगेन पेशेंट को क्या करना है, ड्राई करना है उसके आइज़ को, ठीक है। तो उसके आप सेकेंड बाउल लोगे जिसमें क्या है, ड्राई कॉटन बॉल्स होंगे, ठीक है। तो उसके साथ भी ठीक है, आपने ये से करना और उसको अगेन डिस्कार्ड करना है, कहाँ पे, किडनी ट्रे में, ठीक है। सेकेंड आपने दोबारा से कॉटन बॉल लेने हैं और उसको इनर टू आउटर उसकी आइज़ को ड्राई करना है, ठीक है। उसके बाद आपने पेशेंट को पूछना है कि उसको कैसा फील हो रहा है, अच्छा लग रहा है, ठीक है। इससे पेशेंट को कंफर्ट मिलेगा और उसकी जो पेन है वो भी रिलीव हो जाएगी, ठीक है। उसके बाद क्या करना है, ऑल आर्टिकल्स क्या करने हैं आपने, हाँ जी, ठीक है। तो आपने क्या करना है, पेशेंट को उठाना है, ठीक है, और उसको आराम से उसकी जो है तो ये था आपका आई केयर का प्रोसीजर। उसके बाद क्या करना है, आपने सारे जो आर्टिकल्स हैं आपने रिप्लेस कर देने हैं और पेशेंट को क्या करना है, उससे बात करके उसको कहना है कि उसको अच्छा फील हो रहा है या नहीं, पूछना उससे, ठीक है। और ये ਅੱਖਾਂ ਦਾ ਹੋ ਗਿਆ जी। हाँ जी, ਅੱਖਾਂ ਦਾ हो ਤੇ गया। ਹੋਰ ਇੱਥੇ ਇਸ ਵਾਰਡ ਦੇ ਵਿੱਚ ਕਿਹੜੇ ਤੁਸੀਂ और यहाँ ਸਾਰੇ पे ਅਲੱਗ-ਅਲੱਗ हमने हाँ जी, यहाँ पे बर्न पेशेंट है, हम इनको बर्न के ऊपर भी बताते हैं, ठीक है, कि बर्न पेशेंट अगर हॉस्पिटल में आता है तो उसको कैसे ट्रीट करना है, ठीक है। और यहाँ पे जैसे लॉन्ग रीडन पेशेंट होते हैं जिनको ट्रेकेस्टमी केयर, जिनकी सांसें रुक जाती है, मतलब लाइक कि उनको ब्रीदिंग लेने में प्रॉब्लम होती है, तो उनको हमने किस तरह से एम्बू बैग की फैसिलिटी भी है हमारे पास, ठीक है। और हम ये भी सिखाते हैं कि एम्बू बैग कैसे यूज़ करना है, देन आईवी कैनुलेशन कैसे करनी है,
और यहाँ पे हमारे पास कार्डियक टेबल है, मतलब कार्डियक पेशेंट को कैसे ट्रीट करना है, डिफरेंट डिफरेंट पोजीशन प्रोवाइड करी है, क्योंकि हॉस्पिटल में हमें डिफरेंट डिफरेंट पोजीशन भी प्रोवाइड करनी पड़ती है पेशेंट को, तो वो भी हम बताते होते हैं। ਸਾਰਾ ਪਹਿਲਾਂ ਤੁਸੀਂ ਇੱਕ ਸਮਝਾ ਦਿੰਦੇ ਹੋ ਇੱਕ ਬੱਚੇ ਨੂੰ ਹਸਪੀਟਲ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੀ ਪੜ੍ਹਾਈ ਹੈ फर्स्ट ईयर ਦੇ स्टूडेंट हाँ या जी, ये फर्स्ट ईयर के स्टूडेंट है, इनको इस लैब में सारा कुछ बताते हैं कि नर्सिंग की रिस्पॉन्सिबिलिटीज़ क्या होती है जब आप हॉस्पिटल में जाते हो। तो हमने अलग अलग करके यहाँ पे उनकी रिस्पॉन्सिबिलिटीज़ बताई हुई है कि किस तरह से आपने इंजरी को प्रिवेंट करना है, देन किस तरह की क्वालिटी ऑफ केयर पेशेंट को देनी है, देन आप वहाँ पे जाके और मॉनिटर जो भी वाइटल साइन होते हैं वो कैसे मॉनिटर करने, तो हम इनको पूरा डेमोस्ट्रेट यहाँ पे देते हैं। ਜਿਹੜਾ ਬੇਸਿਕ ਹੈਲਪ ਹੁੰਦੀ ਹੈ ਜਾਂ ਬੇਸਿਕ ਨੀਡ ਹੁੰਦੀ ਹੈ, ਰੋਡ ਤੇ ਐਕਸੀਡੈਂਟ ਹੋ ਗਏ ਕਿਤੇ, ਨਰਸਿੰਗ ਦੇ ਸਟੂਡੈंट्स ਨੂੰ ਇਹ ਵੀ ਪੜਾਇਆ ਜਾਂਦਾ हाँ ਹੈ जी, हम नर्सिंग के स्टूडेंट होते हैं, उनको हम सबसे पहले यही बताते हैं कि आपने अगर पेशेंट को फर्स्ट एड कैसे देनी है, अगर पेशेंट जो है ऐसे अचानक उसकी मतलब कुछ भी हो जाता है मिस हैपनिंग, तो हम उनको बताते हैं। CPR भी सिखाते हैं हम इनको, कार्डियोपल्मोनरी रिससिटेशन। इसमें हम पेशेंट इनको सिखाते हैं कि अगर आपको ऐसे कोई पेशेंट मिल जाता है, आपने उसको कैसे फर्स्ट एड प्रोवाइड करनी है अगर आपके पास कोई और फैसिलिटी ना हो, और कैसे फिर डॉक्टर को कॉल करनी है, एम्बुलेंस को बुलाना है। हाँ जी, तो थ्योरी ਦੇ ਨਾਲ ਤੁਸੀਂ प्रैक्टिकल पे फोकस करते हो? हाँ जी, हम थ्योरी भी पढ़ाते हैं और प्रैक्टिकल का एक लेक्चर लगता है इनका। तो प्रैक्टिकल में हम उनको सारे हॉस्पिटल के एनवायरनमेंट से मतलब फैमिलियर करवाते हैं कि किस तरह से इन बच्चों ने वहाँ पे जाके क्या करना है। ਤੁਹਾਨੂੰ ਇੱਥੇ ਕਿੱਦਾਂ ਲੱਗ ਰਿਹਾ, ਤੁਸੀਂ ਫਸਟ ਈਅਰ ਚੋਂ ਸਾਰੇ, ਮਤਲਬ ਤੁਸੀਂ ਹੁਣ ਤੱਕ ਕਿਸ ਤਰ੍ਹਾਂ ਦੀ ਅੰਡਰਸਟੈਂਡਿੰਗ ਬਣ ਪਾਈ ਹੈ ਟੀਚਰਾਂ ਦੇ ਨਾਲ? अभी तक हमें से जो पढ़ाया हमें सब समझ आती है, क्योंकि हमारे जो भी लेक्चर्स होते हैं, जैसे हमें आज कुछ टॉपिक पढ़ाया तो साथ साथ ही हम उसका डेमो देते हैं, और फिर नेक्स्ट डे हम उसका रीडेमो देना पड़ता है कि कैसे तुम्हें वो समझ आया, कैसे उसके बारे में तुम्हें क्या क्या समझ आया, इसके बारे में हम बताते हैं। और अगर उसको गलती हो जाए तो वो भी बताते हैं, सो दैट अगर हॉस्पिटल जाने से पहले हमें सब कुछ पता हो कि पेशेंट को कैसे केयर करनी है और कुछ गलती ना हो उनके सामने। ਔਰ ਤੁਸੀਂ ਮਤਲਬ ਨਰਸਿੰਗ ਦੇ ਵਿੱਚ ਆ ਕੇ ਉਸ ਜਿਸ ਤਰ੍ਹਾਂ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਤੁਹਾਨੂੰ ਟੀਚਰਾਂ ਦੇ ਵੱਲੋਂ ਕਿ ਪੇਸ਼ੈਂਟ ਦੇ ਨਾਲ ਇਸ ਤਰ੍ਹਾਂ ਡੀਲ ਕਰਨਾ ਹੁੰਦਾ, ਉਹ ਸਾਰਾ ਈਜ਼ੀ ਲੱਗਦਾ ਤੁਹਾਨੂੰ ਪੜ੍ਹ ਕੇ, ਜਾਂ ਫਿਰ ਜਿਹੜਾ ਕਈ ਵਾਰੀ ਲੱਗਦਾ ਕਿ ਨਹੀਂ ਇਸ ਤਰ੍ਹਾਂ ਨਹੀਂ ਵੀ ਹੋ ਸਕਦਾ, ਓਪਨ ਘੁਲ ਮਿਲ ਨਹੀਂ ਸਕਦਾ ਹੁੰਦਾ ਬੰਦਾ, ਹੈ ਨਾ, ਇੰਨਾ ਇੰਟਰੋਵਰਟ ਐਕਸਟਰੋਵਰਟ ਵਾਲੀ ਗੱਲ ਵੀ ਹੁੰਦੀ ਹੈ ਨਾ ਇੱਕ ਬੱਚਿਆਂ ਦੇ ਵਿੱਚ, ਉਹ ਤਾਂ ਨਹੀਂ ਇੱਥੇ ਉਹ ਤਾਂ ਨਹੀਂ? ਨਹੀਂ ਟੀਚਰਸ ਬਹੁਤ ਵਧੀਆ, ਸਾਰਾ ਕੁਝ ਐਕਸਪਲੇਨ ਕਰਦੇ ਆ, ਹਸਪੀਟਲ ਜਾਣ ਤੋਂ ਪਹਿਲਾਂ ਵੀ ਦੱਸਦੇ ਆ ਸਾਰੀ ਕੇਅਰ ਪ੍ਰੋਵਾਈਡ ਕਿਵੇਂ ਕਰਨੀ ਹੈ, ਸਭ ਕੁਝ ਵਧੀਆ ਤਰ੍ਹਾਂ ਦੱਸਦੇ ਆ, ਕਿੱਦਾਂ ਕੰਫਰਟੇਬਲ ਲਾਈਕ ਉਹਨਾਂ ਨੂੰ ਪੋਜੀਸ਼ਨ ਦੇਣੀ ਹੈ, ਕੰਫਰਟੇਬਲ ਹੋਣਾ ਪੇਸ਼ੈਂਟ ਦੇ ਨਾਲ ਗੱਲਾਂ ਬਾਤਾਂ ਕਰਕੇ, ਤਾਂ ਕਿ ਉਹ ਸਾਡੇ ਤੋਂ ਡਰਨ ਨਾ ਜਾਂ ਆਲ ਦੈਟ ਕਰਨ, ਤਾਂ ਸਾਰਾ ਵਧੀਆ ਟੀਚਰਸ ਨਰਸਿੰਗ ਸਟੂਡੈਂਟ ਨੂੰ ਐਕਸਟਰੋਵਰਟ ਹੋਣਾ ਜ਼ਰੂਰੀ ਹੈ ਨਾ, ਖੁੱਲੀਆਂ ਗੱਲਾਂ ਕਰ ਸਕਦੇ। ਇੰਟਰੋਵਰਟ ਨਾਲ ਤਾਂ ਫਿਰ ਪੇਸ਼ੈਂਟ ਕੰਫਰਟੇਬਲ ਨਹੀਂ ਹੋਏਗਾ, ਤਾਂ ਕਿਵੇਂ ਅਸੀਂ ਪ੍ਰੋਸੀਜਰ ਕਰਾਂਗੇ ਜਾਂ ਐਕਸਪਲੇਨ ਕਰਾਂਗੇ, ਸੋ ਐਕਸਟਰੋਵਰਟ ਇੰਪੋਰਟੈਂਟ ਹੈ ਕਿ ਪੇਸ਼ੈਂਟ ਨਾਲ, ਤਾਂ ਕਿ ਆਈਪੀਆਰ ਮੇਨਟੇਨ ਹੋ ਸਕੇ। ਮਤਲਬ ਪੇਸ਼ੈਂਟ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਕਰਦੇ ਆ ਕਿਉਂਕਿ ਉਹ ਡਰੇ ਹੁੰਦੇ ਆ ਹਸਪੀਟਲ ਦੇ ਵਿੱਚ ਆਏ, ਉਹਨਾਂ ਚੀਜ਼ਾਂ ਦਾ ਵੀ ਫਿਰ ਤੁਹਾਨੂੰ ਪੜ੍ਹਾਇਆ ਜਾ ਰਿਹਾ, ਉਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ? ਹਾਂਜੀ, ਸਾਨੂੰ ਇਸ ਉਰੇ ਲੈਬ 'ਚ ਸਾਨੂੰ ਇਹ ਵੀ ਸਿਖਾਇਆ ਜਾਂਦਾ ਕਿ ਅਸੀਂ ਪੇਸ਼ੈਂਟ ਨਾਲ ਕਿੱਦਾਂ ਡੀਲ ਕਰਨਾ ਹੈ ਤੇ ਪੇਸ਼ੈਂਟ ਨਾਲ ਕਿਵੇਂ ਆਈਪੀਆਰ ਮੇਨਟੇਨ ਕਰਨਾ ਹੈ ਤਾਂ ਕਿ ਪੇਸ਼ੈਂਟ ਸਾਡੇ ਨਾਲ ਕੋਆਪਰੇਟ ਕਰ ਸਕੇ। ਇੱਕ ਆਪਣਾ ਵੀ ਲੈਵਲ ਮੇਨਟੇਨ ਰੱਖਣਾ, ਇੱਕ ਉਹਨਾਂ ਦਾ ਵੀ ਕਿ ਉਹ ਵੀ ਆਪਣੇ ਪ੍ਰੋਬਲਮਸ ਪ੍ਰੋਬਲਮਸ ਆਪਣੇ ਡਿਸਕਸ ਕਰ ਸਕਣ ਤੇ ਉਹਨਾਂ ਦੀ ਫੀਅਰਸ ਆਪਣਾ ਟ੍ਰੀਟਮੈਂਟ ਸਾਡੇ ਨਾਲ ਖੁੱਲ੍ਹ ਕੇ ਕਰ ਸਕਣ ਤੇ ਆਪਾਂ ਉਹਨਾਂ ਦਾ ਟ੍ਰੀਟਮੈਂਟ ਅੱਛੇ ਸੇ ਕਰ ਸਕੀਏ। ਔਰ ਮੈਨੂੰ ਲੱਗਦਾ ਜੇ ਤੁਸੀਂ ਉਹਨਾਂ ਦਾ ਹੌਸਲਾ ਨਰਸਿੰਗ ਸਟਾਫ ਜਾਂ ਡਾਕਟਰਸ ਉੱਥੇ ਵਾਰਡ ਦੇ ਵਿੱਚ ਵਧਾਉਂਦੇ ਨੇ, ਉਹਨਾਂ ਨੂੰ ਈਜ਼ੀ ਵੀ ਮਿਲ ਜਾਂਦਾ ਮਾਹੌਲ बीमारी तो निकलन के लिए, है ना? हाँ जी, अगर उन्होंने चंगा इन्वायरमेंट मिल रहा है, हॉस्पिटल स्टाफ वगैरह हम अच्छे से उनसे बात कर रहे हैं, तो उनको भी होता है कि हाँ हमारी भी कोई प्रॉब्लम सुनने वाला है, हमारा भी अच्छे से इलाज हो रहा है, तो वो भी काफ़ी चीज़ इफेक्ट करती है। तुसी भी नर्सिंग पढ़ रहे हो? नर्सिंग पढ़ रहा हूँ। जब हम लोग को यहाँ पे जो है सो NPR सिखाया जाता है, नर्स पेशेंट रिलेशनशिप, इससे जो है हम लोग हॉस्पिटल में जाते हैं तो वहाँ पे नर्स जो है सो पेशेंट के साथ इंट्रोड्यूस होता है। मैं उस टाइम जो है सो अच्छा से पेशेंट को केयर प्रोवाइड कर पाता हूँ। उसके बाद फिर उसका प्राइवेसी मेंटेन होता है और नर्सिंग केयर। मुंडे घट आउंदे इस लाइन दे विच, तुसी चूज़ किया है नर्सिंग करना? हिंदी। लड़के कम आते हैं इस लाइन में, लड़कों के बारे में नर्सिंग में कम आते हैं? मेजर तो यहाँ पे देखा गया है जो लड़की ही रहता है मेजर, बट ऐसा नहीं है जो लड़का नहीं आ सकते हैं, क्योंकि ये एक मेडिकल प्रोफेशन है। अगर मुझे कहीं पे नर्सिंग केयर करना है, अगर मुझे सेवा भाव का अगर इच्छा है तो मैं आ सकता हूँ। बिल्कुल, अगर काम करना चाहते हो, काम तो कितने भी करना, मेल स्टाफ की गल घट होंदी है कि मेल स्टाफ नहीं इन्ना होंदा।
नहीं, ऐसा भी नहीं है, मेल स्टाफ भी कम तो होता है, लेकिन आजकल बहुत ज़्यादा जो है मेल बच्चे भी इसमें पार्टिसिपेट कर रहे हैं। और हमें तो ज़रूरत बहुत ज़्यादा होती है मेल स्टाफ की, क्योंकि काफ़ी सारे अगर पेशेंट को उठाना है, काफ़ी हैवी पेशेंट भी होते हैं ना, हमें उठा के लेके जाने पड़ते हैं कई बार, तो हमें मेल की ज़रूरत पड़ती है। तो आजकल के तो लड़के काफ़ी पार्टिसिपेट कर रहे हैं। ਜੈਂਡਰ ਸਪੈਸੀਫਿਕ ਨਹੀਂ ਰਹਿਣਾ ਚਾਹੀਦਾ ਹੈ, ਕਿਤੇ ਵੀ ਨਰਸਿੰਗ ਬਰਾਬਰ ਹੋਣ ਮੁੰਡੇ ਵੀ ਤੇ ਉਹ ਵਧੀਆ ਰਹੇਗਾ, बैलेंस बनता है। हाँ बिल्कुल, मैं तो यही चाहूँगी कि लड़के भी आएँ इसमें, क्योंकि नर्सिंग जो प्रोफेशन है ऐसा नहीं है कि उसमें लड़कियाँ ही हैं, उसमें लड़के भी मतलब इक्वल है राइट्स, लड़के और लड़कियाँ दोनों कर सकते हैं। कितों बच्चे ਤੁਹਾਡੇ ਕੋਲੇ आ रहे हैं जी, नवे बच्चे भी आ रहे हैं? हाँ देखिए, ये मेरे पास लड़की है जम्मू से आई है, तो और एक लड़की है जो मणिपुर से आए हैं बच्चे, और केरला से बच्चे आए हुए हैं, अरुणाचल से बच्चे आए हुए हैं, और बहुत सारी जगहों से बच्चे आए हुए क्रॉस द इंडिया आ रहे हैं। ਤੁਹਾਨੂੰ ਕਿਵੇਂ ਲੱਗਦਾ ਜੰਮੂ ਵਾਲੇ ਦਾ ਖਾਸ ਤੌਰ ਤੇ ਬਹੁਤ ਆਉਂਦੇ हैं? मतलब कि अपनी अपनी स्टेट की बात होती है ना, कि मुझे यहाँ बेटर लगा तो इसलिए मैं यहाँ अच्छा लगा, मुझे यहाँ बेटर एक्सपीरियंस मिल रहा है, यहाँ अच्छे टीचर्स हैं, मतलब कि हमें अच्छे से कोऑपरेट करते हैं टीचर्स, हर एक चीज़ अच्छे से समझाते हैं। ਇੱਥੇ ਤੁਹਾਨੂੰ ਵਧੀਆ ਪੜਾਇਆ ਜਾ ਰਿਹਾ, ਵਧੀਆ ਸਮਝ ਆਉਂਦਾ, ਮਤਲਬ ਪੂਰਾ ਜਿਹੜਾ ਤਰੀਕੇ ਦੇ ਨਾਲ ਹੋ ਰਿਹਾ ਤੁਹਾਡੀ ਪੜ੍ਹਾਈ ਦਾ? ਫਸਟ ਈਅਰ ਚੋਂ ਤੁਸੀਂ? यस सर। ਵਧੀਆ ਜਾ ਰਹੀ ਹੈ फर्स्ट हाँ जी बिल्कुल वधिया जा रही है। हमारे कोऑर्डिनेटर मैम सुमता मैम है, ये हमें बहुत अच्छे से कोऑर्डिनेट करते हैं। आपको मतलब पंजाब में आके कैसा लगता है? आप मणिपुर से है? बहुत अच्छी लगती है। मणिपुर में भी बहुत सारा नर्सिंग इंस्टीट्यूशन है, पर उधर में हम भी पढ़ाई कर सकते हैं, पर हमारा लैंग्वेज है ना, हमको हिंदी भी बहुत ज़्यादा जान चुका है टीचर की वजह से, इसके लिए बहुत। अच्छा, ਤੁਸੀਂ ਨਰਸਿੰਗ ਦੀ ਪੜ੍ਹਾਈ ਨਹੀਂ ਕੀਤੀ ਇੱਥੋਂ, ਤੁਸੀਂ ਤੁਹਾਨੂੰ ਇਹਨਾਂ ਟੀਚਰਾਂ ਨੇ ਹਿੰਦੀ ਵੀ ਸਿਖਾਈ ਹੈ? हाँ, हिंदी भी बहुत सिखा दिया, हम भी बहुत ਪੰਜਾਬੀ ਵੀ ਸਿਖਾਈ ਹੈ ਮੈਨੂੰ ਤਾਂ ਲੱਗਦਾ। थोड़ा ਕੁਛ ਸ਼ਬਦ ਤਾਂ ਤੁਸੀਂ ਪੰਜਾਬੀ ਦੇ ਵੀ ਬੋਲ ਰਹੇ ਹੋ। ਅੱਛਾ, ਇਹ ਵੀ ਇੱਕ ਵਧੀਆ ਚੀਜ਼ ਹੈ ਜੀ, ਤੁਸੀਂ ਬਾਹਰੋਂ स्टूडेंट आ रहा है, ਉਹਨੂੰ सेफ माहौल ਤਾਂ ਹੈਗਾ ही है, लैंग्वेज भी सीख रहे हो। हाँ, लैंग्वेज भी इनको थोड़ी थोड़ी सी मतलब ऐसे मुश्किल आती थी कि जब हम उनको बोलते थे कि हिंदी में कैसे बोलना है, इंग्लिश में कैसे बोलना है, तो वो अच्छे से पेशेंट के साथ कैसे डील करना है, तो ये मतलब अच्छे से सीखते हैं। इनकी लर्निंग अच्छी है, बहुत अच्छी है इन बच्चों की, और इनको अच्छा, ये चाहते थे कि इनको अच्छा एनवायरनमेंट मिले, तो ये यहाँ पे आए हुए हैं। बिल्कुल। और ये कॉलेज ਤੁਸੀਂ ਚੂਜ਼ ਕੀਤਾ, ਇਹਦੇ ਚ ਤੁਹਾਨੂੰ ਖਾਸ ਲੱਗਿਆ? यही कॉलेज चूज करने के लिए? हाँ, अच्छी है, इसके लिए बहुत अच्छी है। हिंदी आती है आपको? आप क्या एक्सपीरियंस है आपके इस कॉलेज के साथ? सर बहुत अच्छे है अभी तक। स्टडी कैसे चल रही है आपकी इस रतन कॉलेज में? स्टडी कैसे चल रही है? स्टडी तो चल रही, ठीक ही चल रही है सर। बढ़िया चल रही जी। है। आप भी फर्स्ट ईयर? जी फर्स्ट। आप केरल से यहाँ आए हो? केरल? मैं केरला से बिलोंग करती हूँ, फिर बीच में दिल्ली में हम शिफ्ट हो गए थे, तो उसके थ्रू पता चला रतन कॉलेज के बारे में, तो वहाँ से हम आ गए। दिल्ली से पता चला आपको रतन कॉलेज? हाँ जी, हाँ जी। आप कहाँ से हैं? मणिपुर से हो। आप भी मणिपुर से? हाँ। और आपको इस कॉलेज के साथ कैसे एक्सपीरियंस है, क्या शेयर करना चाहते हैं? बहुत अच्छी है, जो टीचर ने हम लोगों से अच्छी से सिखा दिया, और फिर प्रैक्टिकल के साथ सिखा दिया। लैंग्वेज बैरियर भी हमारे नॉर्थ ईस्ट साइड को होती थी, वो भी टीचर ने सिखा दिया, जल्दी से धीरे धीरे से इम्प्रूव कर दिया। हमारे पास इधर आने के लिए हिंदी तो नहीं आता, आप सिर्फ आपकी नाम क्या है, मेरा नाम ये है, सिर्फ वो आती है, कुछ भी नहीं आती है। और अब तो आप ठीक है हिंदी बोल रहे हो? अभी तो थोड़ी इम्प्रूव होती है। यहाँ आके रतन कॉलेज में सीखा, ये भी बहुत ਵਧੀਆ ਗੱਲ ਹੈ ਮੈਮ ਕਿ ਤੁਸੀਂ ਜਿਹੜਾ ਲੈਂਗੁਏਜ ਤੇ, ਕਿਉਂਕਿ ਕੱਲ ਨੂੰ ਜੇ ਇਹਨਾਂ ਨੇ ਇੱਧਰ ਕੰਮ ਵੀ ਕਰਨਾ, ਜੌਬ ਇੱਦਾਂ ਨੂੰ ਇੱਧਰ ਆਫਰ ਹੁੰਦੀ ਹੈ ਕਿਸੇ ਇਸ ਇਲਾਕੇ ਦੇ ਵਿੱਚ, तो फिर ये स्टूडेंट इतनी अपनी लैंग्वेज से पकड़ है तो इधर भी नॉर्थ इंडिया भी जॉब कर सकते हैं? नॉर्थ इंडिया में भी जॉब कर सकते हैं सर, इसीलिए हम लोग इनको थोड़ा सा इनका हिंदी पे भी फोकस रहता है कि हिंदी अच्छे से बोले, तो इनका अच्छा इम्प्रूवमेंट हो रहा है हिंदी में भी। और सारे बच्चों को हम प्रैक्टिकल में ज़्यादा फोकस रहता है हमारा कि बच्चे सीखे और पेशेंट के साथ कैसे ट्रीट करें, तो ऐसा है कि इनको हर जगह पे ये जॉब कर सकते हैं। थैंक यू जी। ਤਾਂ ਇਹ ਰਤਨ ਕਾਲਜ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਜਰਨਲ ਵਾਰਡ ਆ ਉੱਥੇ ਜਿਹੜੇ ਸਟੂਡੈਂਟਸ ਪੜ੍ਹ ਰਹੇ ਸੀ ਤਾਂ ਉਹਨਾਂ ਦੇ ਨਾਲ ਮੁਲਾਕਾਤ ਤੁਹਾਨੂੰ ਦਿਖਾ ਰਹੇ ਸੀ। ਔਰ ਖਾਸ ਤੌਰ ਤੇ ਵੱਡੀ ਗੱਲ ਨਰਸਿੰਗ ਦੀ ਪੜ੍ਹਾਈ ਦੇ ਨਾਲ ਲੈਂਗੁਏਜ ਵੀ ਸਿਖਾਈ ਜਾ ਰਹੀ ਹੈ, ਕਿਉਂਕਿ ਸਟੂਡੈਂਟ ਜਿਹੜਾ ਕ੍ਰਾਸ ਦਾ ਇੰਡੀਆ ਆ ਰਿਹਾ, ਕੋਈ ਨਾਰਥ ਤੋਂ ਆ ਰਿਹਾ, ਕੋਈ ਨਾਰਥ ਈਸਟ ਤੋਂ ਆ ਰਿਹਾ, ਕੋਈ ਸਾਊਥ ਤੋਂ ਆ ਰਿਹਾ, ਅਤੇ ਉੱਥੇ ਉਹਨਾਂ ਨੂੰ ਲੈਂਗੁਏਜ ਦਾ ਵੀ ਜਿਹੜਾ ਇਹ ਟੀਚਰ ਜਿਹੜੇ ਇਸ ਤਰੀਕੇ ਨਾਲ ਟਰੀਟਮੈਂਟ ਦੇ ਰਹੇ ਨੇ, ਤੁਸੀਂ ਦੇਖ ਹੀ ਲਿਆ ਕਿ ਭਾਸ਼ਾ ਦਾ ਵੀ ਉਹਨਾਂ ਦਾ ਆਸਾਨ ਹੁੰਦਾ ਜਾ ਰਿਹਾ, ਲੋਕਾਂ ਦੇ ਨਾਲ ਕਨੈਕਟ ਕਰਨਾ, ਲੋਕਾਂ ਦੇ ਨਾਲ ਕਮਿਊਨੀਕੇਟ ਕਰਨਾ, ਇਹ ਵੀ ਸਿਖਾਇਆ ਨਾਲ ਦੀ ਨਾਲ ਜਾ ਰਿਹਾ ਕਿ ਉਹ ਇੱਥੇ ਜਾਂ ਪੂਰੇ ਨਾਰਥ ਇੰਡੀਆ ਦੇ ਵਿੱਚ ਵੀ ਕੰਮ ਕਰਨ ਦੇ ਯੋਗ ਹੋ ਸਕਣ, ਇਹ ਵੀ ਉਹਨਾਂ ਦੇ ਲਈ ਬਹੁਤ ਅਹਿਮ ਹੈ। ये हमारी नर्सिंग एडवांस केयर लैब है,
यहाँ पे हम बच्चों को एडवांस प्रोसीजर कैसे होते हैं वो सिखाते हैं। ठीक है, एडवांस प्रोसीजर होता है जैसे कि आप जब इमरजेंसी सिचुएशन में हम बच्चों को या कोई पेशेंट होता है उसको कैसे हैंडल करते हैं। ठीक है, ये हमारा यहाँ पे हमने निक्कू का एक्सपोजर दिया है। निक्कू मतलब नियोनेटल इंटेंसिव केयर यूनिट। ठीक है, जो हॉस्पिटल में एक स्पेशल यूनिट होता है जहाँ पे हम बिल्कुल इमरजेंसी पेशेंट को ट्रीट करते हैं। तो ये मूविंग बेड होता है, कार्डिक बेड होता है। इसको किस तरह, ये यहाँ पे पूरा प्रॉपर एक्सपोजर है कि बच्चे कैसे वहाँ पे हॉस्पिटल में क्या क्या होता है। ठीक है सर, और इन बच्चों को यहाँ पे मैं ये सिखाती हूँ कि किस तरह से हमने पेशेंट को देखना है। इस तरह का निक्कू का वहाँ पे रहेगा, तो यहाँ पे इनको निक्कू का एक्सपोजर दिया है मैंने। ठीक है सर, और ये हमारा रहेगा, ये है हमारा जो CCU होता है या HDU होता है। CCU मतलब क्रिटिकल केयर यूनिट। ठीक है, क्रिटिकल केयर यूनिट में मतलब जो क्रिटिकल पेशेंट होता है उसको कैसे ट्रीट करते हैं। ठीक है, तो ये हमारा इलेक्ट्रिकल बेड है। इसमें क्या है, हम एडजस्ट कर सकते हैं। जैसे इसमें मैंने इनको एक्सपोजर दिया है कि आपने पोजीशन कैसे प्रोवाइड करनी है। सपोज़ मुझे पोजीशन प्रोवाइड करनी है, हेड को रेज करना है, एलिवेट करना है, तो मैं दिखा रही हूँ इनको कि हेड को हम कैसे एलिवेट करेंगे। ठीक है, नेक्स्ट मैं दिखाऊंगी उनको कि इसको नीचे से कैसे अप करना है। ठीक है, ये देखो नीचे से भी अप हो रहा है, पोजीशन प्रोवाइड करवा रही हूँ मैं पेशेंट को। ठीक है, तो इस तरह से मैं इसको यहाँ पे एडजस्ट कर दूँगी। ठीक है, और बाद में इसको कैसे ठीक करना है, नीचे देखो। ठीक है, डाउनवर्ड्स कैसे जाएगा। और ये क्या है कि इसमें हम पेशेंट का प्रॉपर वाइटल साइन चेक कर सकते हैं। जैसे इसमें सेल पड़ेंगे, ठीक है, तो इसमें इसकी पूरी रीडिंग आ जाएगी। इसके यहाँ पे सेंसर प्रेजेंट है। ठीक है, तो यहाँ से क्या है, इसका वाइटल साइन आ जाएगा, हार्ट रेट आ जाएगी, और इंटरनल जो लोअर लिमिट है वो सारी इसमें आ जाएगी आपकी। ठीक है, तो आपको ये CCU में किस तरह से आप पेशेंट की केयर कर सकते हो वो मैं दिखाती हूँ पेशेंट। तो इस तरह से हम रतन प्रोफेशनल एजुकेशन कॉलेज में एडवांस तरीके से बच्चों को एजुकेशन प्रोवाइड करवाते हैं। जैसे ये हमारा इलेक्ट्रिकल बेड है, तो इसमें हम पेशेंट को क्या बताएंगे कि हार्ट रेट और जो ब्लड प्रेशर है वो कैसे मेज़र किया जाता है। ठीक है, तो ये इसका जो मॉनिटर है इससे हम असेस कर सकते हैं। आपने पहले भी देखा कि वहाँ पे डमीज़ है। ठीक है, तो डमीज़ में हर एक तरह की डमी हमारे पास प्रोवाइड है। जैसे बच्चों को हर एक तरह का प्रोसीजर वहाँ पे मिल जाता है, सो दैट कि बच्चे वहाँ पे जाएंगे तो उनको प्रॉपर हॉस्पिटल का एनवायरनमेंट यहाँ पे प्रोवाइड किया जाता है। जो बच्चे वहाँ पे हॉस्पिटल में जाते हैं तो उनको सीखने को बहुत कुछ मिलता है। और इसमें बेसिकली हम फर्स्ट ईयर के स्टूडेंट को ट्रेन करते हैं ताकि वो जब हॉस्पिटल में जाएं तो उनको एक अच्छा फैमिलियर एनवायरनमेंट मिले और वो अच्छे से प्रोसीजर कर सकें, ताकि वो पेशेंट की जो लाइफ है उसको सेव कर सके। तो इस तरह से हम रतन प्रोफेशनल नर्सिंग एजुकेशन कॉलेज में बच्चों को एजुकेशन और प्रैक्टिकल प्रोवाइड करते हैं। यहाँ पे बहुत सारी डमीज़ हमने रखी हुई है जिससे हम फर्स्ट ईयर के जो स्टूडेंट हैं उनको नर्सिंग फाउंडेशन के जो जितने भी प्रोसीजर होते हैं वो हम उनको डमी में प्रोवाइड करवाते हैं, जिससे कि उनको हॉस्पिटल में एक फैमिलियर जो एनवायरनमेंट है वो मिले। तो और वो हम सारी डमीज़ में ही उनको प्रोसीजर देते हैं सो दैट कि वो वहाँ पे जाकर पेशेंट को ट्रीट कर सकें। माई सेल्फ हरप्रीत कौर, मैं रतन प्रोफेशनल कॉलेज में एक क्लिनिकल इंस्ट्रक्टर अपॉइंट हुई हूँ। यहाँ पे मैं स्टूडेंट्स को OPG सब्जेक्ट पढ़ाती हूँ, मींस ऑब्स्ट्रेक्टिक एंड गायनेकोलॉजी। तो अभी हम लैब में आए हैं, MCH लैब में, मींस मैटरनल एंड चाइल्ड हेल्थ लैब में। यहाँ पे जो हमारी लैब है इसमें हम मतलब डिफरेंट स्टेजेस में जैसे डिवाइडेड है प्रॉपरली, पोस्ट नेटल, इंट्रानेटल एंड एंटीनेटल में। तो जिसके थ्रू हम स्टूडेंट्स को प्रॉपरली समझाते हैं OPG की सारी कंडीशंस, मदर्स की और चाइल्ड की भी जो केयर है और मदर की भी केयर है वो सब हम प्रॉपरली समझाते हैं। जैसे यहाँ पे इंस्ट्रूमेंट्स हैं वो जैसे वहाँ पे फ्लो चार्ट्स वगैरह लगे हुए हैं, ये सब मॉडल्स हैं जिसमें हम प्रॉपरली यहाँ पे डिवाइडेड है। जैसे कि जो बेबी होगा जब वो फीटस जो होता है वो इन द फॉर्म ऑफ फीटस मदर के वॉर्म में होता है, तो जब वो 1 मंथ का होगा एम्ब्रियो होगा, 3 मंथ्स का, 2 मंथ्स का, 1 मंथ का, मीन्स उसकी प्रॉपरली डिवीजन कैसे डेवलपमेंट होती है, किस फॉर्म में होता है, ये पूरा इन द फॉर्म ऑफ मॉडल यहाँ पे बच्चों को एक्सप्लेन करने के लिए रखा हुआ है। फिर उसके बाद यहाँ पे जैसे कि आप देख सकते हो यहाँ पे हमने जो फीटल सर्कुलेशन है इसका एक बड़ा सा एक पोस्टर मॉडल टैब बनवाया हुआ है, ठीक है, जिससे बच्चों को फीटल सर्कुलेशन समझाने में इजी रहे। उसके बाद जनरली जो हॉस्पिटल्स में सेटअप होते हैं हर किसी में बायोमेडिकल वेस्ट मैनेजमेंट की सेग्रीगेशंस बताई गई हैं, प्रॉपरली मॉडल ऑफ फीटल स्कल बताया हुआ है यहाँ पे। फिर उसके बाद यहाँ पे फंडल हाइट वगैरह जो एक्सप्लेन करना होता है ड्यूरिंग द एंटीनेटल पीरियड जो हम मेजर करते हैं, एंटीनेटल असेसमेंट, उसके बारे में बताया हुआ है। फिर यहाँ पे अब
नॉर्मल लैंग्वेज में, जनरल लैंग्वेज में अगर कहीं हम जाते हैं, कहीं पब्लिक को समझाना होता है कि हम जो गर्भावस्था, जो प्रेगनेंसी के टाइम पे क्या क्या उसको मतलब क्या क्या खाना चाहिए, क्या नहीं खाना चाहिए, बेनिफिट्स सारे बताए हुए हैं, सॉरी ब्रेस्ट फीडिंग्स के बेनिफिट्स। फिर उसके बाद ये जब आते हैं, ये हम आते हैं प्रॉपरली जब हम प्रैक्टिकल करवाते हैं ओबीजी का, जिसमें प्रॉपर पेल्विस का होता है और मेनली स्कल का होता है। ये पेल्विस की सारी डिवीजन्स बताई हुई हैं, फिर हम इनके थ्रू स्टूडेंट्स को समझाते हैं ये पेल्विस है। फिर उसके बाद आते हैं हम बाद में ये वाला जो हमारा कपबोर्ड रहता है, ये जो कपबोर्ड है इसमें हम आर्टिकल्स रखे हुए हैं सारे जो भी पीडियाट्रिक लैब में यूज़ होते हैं और गायनेकोलॉजी में जो भी यूज़ होते हैं, उन सबको प्रॉपर्ली सेग्रीगेट किया हुआ है, पीडियाट्रिक का अलग और गायनेकोलॉजी का अलग। इसके थ्रू हम सारे प्रोसीजर्स करवाते हैं स्टूडेंट्स को। फिर ये बाकी मॉडल्स होते हैं जनरल इन्फॉर्मेशन के लिए, ड्रग कैलकुलेशन जो भी हम पीडियाट्रिक्स में देते हैं, कैसे हमें कैलकुलेट करना है, ठीक है, नॉर्मल चाइल्ड को, बेबी को कैसे ड्रग्स देने हैं। फिर अबगार स्कोरिंग जो होती है, हम ग्रेडिंग करते हैं, वो सब यहाँ पे लिखा हुआ है। ये एक जनरल ट्रे सेटअप करके रखा हुआ था प्रोसीजर के लिए जो स्टूडेंट्स ने अभी कंप्लीट किया है। उसके बाद आते हैं हमारे ये वाला सेक्शन। इस वाले सेक्शन में ये हमारा न्यूनेटल रूम बनाया हुआ है, इसको पूरा न्यूनेटल रूम में यहाँ पे सारे न्यूनेट्स के पहले कंडीशंस, डिजीज़ के बारे में बताया है, सेप्सिस के बारे में, ब्रेस्ट फीडिंग की टेक्निक्स के बारे में बताया। ये न्यूनेट का एक प्रॉपर मॉडल बताया जो मेनली रिफ्लेक्सेस होते हैं, जितने भी है कॉमन रिफ्लेक्सेस वो सब। ये फोटोथेरेपी का मॉडल इसमें बताया हुआ है कि फ़ोटोथेरेपी में कैसे की जाती है, ठीक है, उसमें क्या प्रिकॉशंस लिए जाते हैं बेबी के, ठीक है। फिर उसके बाद ये हमारा आ गया रिस्ट्रेंस जो हम हॉस्पिटल्स में रखते हैं। ये एक न्यूनेट बेबी का है, जब बेबी बॉर्न होता है तो उसको जब हम मतलब रखते हैं क्रैडल में, वो सब बताया हुआ है। उसके बाद हमारे ये आता है पोस्टनेटल रूम, आफ्टर डिलीवरी के बाद में जो हम विमेन को हॉस्पिटल में जो एडमिट होती है उसके बारे में प्रैक्टिकल करने के लिए पोस्टनेटल सेक्शन बनाया हुआ है, ठीक है। फिर उसके बाद यहाँ पे ये आता है लेबर रूम वाला सेक्शन। लेबर रूम वाले सेक्शंस में सारे बताए हुए हैं, फीमेल जनरल रिप्रोडक्टिव सिस्टम, ठीक है, वहाँ पे फीटल ग्रोथ के बारे में ये पूरा मॉडल बताया हुआ है, फीटस कैसे ग्रो होता है, ठीक है। फिर उसके बाद ये ट्रे सेटअप है, मेडिसिन सेटअप है, ठीक है। उसके बाद ये डॉपलर मॉडल बनाया हुआ है, ठीक है। फिर उसके बाद ये एक मॉडल रखा है, डमी रखा है मदर की फॉर द पीवी, परवेजाइनल एग्जामिनेशन के लिए। फिर उसके बाद लेबर रूम के बाद हमारा एंटीनेटल यहाँ पे रूम है। एंटीनेटल रूम में सारा बताया जो भी एंटीनेटल मदर है उसके क्या क्या वार्निंग साइंस होती है प्रेगनेंसी में, ठीक है, फीटस डेवलपमेंट कैसी होती है और एंटीनेटल डाइट कैसी होती है। तो ओवरऑल वेइंग मशीन भी रखी है यहाँ पे मेजरमेंट के लिए। फिर उसके बाद ओवरऑल जो ओवरऑल हमारा ये ओबीजी लैब है, मींस इसमें एमसीएच है ऑब्वियसली, ये मैटरनल एंड चाइल्ड है, तो इसमें पूरा पीडियाट्रिक्स मेनली फोकस ऑन मैटरनल केस पे किया गया, जिसके बेसिस पे सारे प्रैक्टिकल्स हम यहाँ पे स्टूडेंट्स को करवाते हैं। मेरा नाम हीरामणि है और मैं वाइस प्रिंसिपल हूँ रतन प्रोफेशनल कॉलेज में। आज हम आए हैं कम्युनिटी लैब में। कम्युनिटी का मतलब होता है जहाँ हम पेशेंट को तो हम हॉस्पिटल में ट्रीट करते हैं। कम्युनिटी का मतलब होता है जहाँ हम बेसिक लेवल पे बच्चों को एजुकेशन प्रोवाइड करते हैं, जैसे विलेज हो गया। इसमें हमारे पास दो तरह के होते हैं, एक होता है अर्बन कम्युनिटी और दूसरी होती है रूरल कम्युनिटी। रूरल कम्युनिटी होती है जो विलेज से रिलेटेड होती है, अर्बन कम्युनिटी मीन्स जो टाउन सिटीज़ होती है वो कम्युनिटी होती है। तो कम्युनिटी लैब का हमारा मेन मोटिव ये होता है कि हम बच्चों को एजुकेट कर सके कि किस तरह से कम्युनिटी के लोगों के साथ आपने इंटरेक्ट करना है, क्योंकि हमने बेसिक लेवल पे बच्चों को एजुकेशन प्रोवाइड करनी है। क्योंकि हॉस्पिटल में तो जब हम जाते हैं तो जो पेशेंट बीमार होते हैं उनको ट्रीट किया जाता है, बट जो गाँव में जाते हैं या अर्बन एरियाज़ में जाते हैं तो बच्चों को वहाँ हम इंफॉर्मेशन प्रोवाइड करते हैं बच्चे लोगों को कि किस तरह से आपने अपना ध्यान रखना है, कि आप अपनी हेल्थ को किस तरह से मेंटेन करके रख सकते हो, किस तरह से उसको मिनिमाइज़ कर सकते हो। तो ये हमारे पास कम्युनिटी लैब में, इसमें हमने सबसे पहले तो कम्युनिटी लैब में चार्ट्स बनाए हैं कि किस तरह से बच्चे जो है लोगों को एजुकेट करते हैं, किस तरह से एजुकेशन प्रोवाइड करते हैं, जैसे किस तरह से वो डिप्रेशन से कंट्रोल कर सकते हैं अपने आप को, ट्यूबरक्लोसिस जैसे डिजीज़ है जो कम्युनिकेबल डिजीज़ है उनसे किस तरह से प्रिवेंट कर सकते हैं अपने आप को। तो ये हमारे पास सारे चार्ट्स लगे हैं। तो ये हमने छोटा सा सेटअप दिया है कि ये जो है हमारा कम्युनिटी विलेज में जो ट्रेडिशनल विलेजेस जो पुराने थे ये इस तरह के होते थे विलेज, ठीक है, जिसमें जैसे चरखा हो गया, ये चूल्हा है, ये मधान हो गया, ये अचार की बर्नीस होगी, ये सारा कुछ हमारा एक हमने इसको लुक दिया है। ये जैसे कॉट हो गया, इसके ऊपर जैसे हम मंजी बोलते हैं इसको, इसके ऊपर जैसे लोग बैठते हैं। तो ये अब ये है हमारे पास जैसे मॉडल्स हैं,
जिसमें कि हमने एक तरह से रूरल एरियाज़ को डिपिक्ट किया है कि रूरल एरियाज़ में किस तरह का सेटअप होता है, एक विलेज है उसमें क्या क्या चीज़ें होती है, हाउसेस है, किस तरह का मतलब इन्वायरमेंटल सैनिटेशन है, तो ये सारी चीज़ें रूरल एरिया का है। तो उस साइड जो हमने दिया है ये सब सेंटर का मॉडल है कि एक जो सब सेंटर है वो एक जिसको हम कि जो गांव के बिल्कुल पास में होता है वो सब सेंटर है, तो ये उसका सेटअप दिया है, एक मॉडल में दिखाया है। ठीक है, तो इसमें सब सेंटर में मतलब जो लोग आते हैं अपना वहाँ पे बेसिक लेवल पे ट्रीटमेंट करवाते हैं। तो ये सारा हमने चार्ट्स बनाए हैं। ये चार्ट्स मीन्स हमने जब कम्युनिटी जाते हैं तो बच्चे लोगों को बताते हैं कि किस तरह से वो अपना ध्यान रख सकते हैं, जिसमें जैसे ब्रेस्ट फीडिंग टेक्निक्स का उन्होंने बताया कि किस तरह से जो ब्रेस्ट फीड करवा सकते हैं मदर को, क्योंकि न्यूली मदर को उनको इतना आइडिया नहीं होता इस चीज़ के। और दूसरा न्यूट्रिएंट कंटेंट्स जो है, क्या क्या चीज़ें कौन सी किस्में होती है, ये सारा इन्फॉर्मेशन है। बर्थ कंट्रोल मेथड्स जैसे टेम्परेरी और परमानेंट फैमिली प्लानिंग मेथड्स का ये मॉडल बनाया है। तो इसमें ये बताते हैं कि किस तरह से वो बर्थ कंट्रोल कर सकते हैं, क्योंकि ऑल नो हमारे इंडिया की पॉपुलेशन वैसे बहुत ज़्यादा है। तो ये पोस्टनेटल एक्सरसाइज का चार्ट बनाया है कि किस तरह से मतलब एक्सरसाइज कर सकते हैं आफ्टर डिलीवरी। तो ये सारे हमने डिफरेंट चार्ट्स बनाए हुए हैं। तो ये अर्बन कम्युनिटी है, जैसे हमने वहाँ रूरल कम्युनिटी का दिखाया, तो दिस इज़ अर्बन कम्युनिटी। अर्बन कम्युनिटीज़ जो है ये किस तरह की दिखती है, इसमें क्या क्या चीज़ें होती है वो इसमें दिखाया है। ये अर्बन कम्युनिटी है। और इस साइड जो है ये हमारे मेन आर्टिकल्स हैं जो कम्युनिटी लैब में यूज़ होते हैं, और स्पेशली जो हम बैग्स में लेके जाते हैं, बच्चों के पास जो बैग्स होते हैं जो उन्होंने एरियाज लेके जाने होते हैं, क्योंकि हॉस्पिटल में तो हमारे पास आर्टिकल वहाँ अवेलेबल होते हैं, बट जो बैग्स हैं वो हम कम्युनिटी लेके जाते हैं, क्योंकि हमारे पास वहाँ आर्टिकल अवेलेबल नहीं होते, इसलिए हम बैग्स में। तो ये सारे आर्टिकल्स कुछ तो डेमोन्स्ट्रेशन के लिए यहाँ पे है, कुछ हमने बच्चों के लिए बैग्स बनवाए हैं। वो बैग्स हमारे पास रेडी होते हैं जिसमें सारे आर्टिकल्स हम लोग उसमें डालते हैं कि क्या क्या आर्टिकल होने चाहिए। तो ये हमारी कम्युनिटी लैब है जिसमें वेइंग मशीन भी होती है, और छोटे बच्चों को जैसे जो इन्फेंट है, न्यूनेट है, उसको मेजर करने के लिए अलग से वेइंग मशीन है, वो भी हमारे पास है। और यहाँ हाइट के लिए हमने रखा है कि बच्चों की या मदर की हाइट देखनी है, तो उसके लिए भी हमारे पास यहाँ पे वो अवेलेबल है। तो ये कम्युनिटी लैब है हमारी। सत श्री अकाल जी, माई सेल्फ मेहा भूषण, आई एम द असिस्टेंट प्रोफेसर इन रतन प्रोफेशनल कॉलेज। सो दिस इज़ अ न्यूट्रिशन लैब। तो न्यूट्रिशन लैब ਦੇ ਵਿੱਚ ਕੀ ਹੈਗਾ ਕਿ ਇਹਦੇ ਵਿੱਚ ਆਪਾਂ ਜੀਐਨਐਮ ਫਸਟ ਈਅਰ ਤੇ ਬੀਐਸਸੀ ਫਸਟ ਈਅਰ ਦੇ ਸਟੂਡੈਂਟਸ ਨੂੰ ਨਿਊਟ੍ਰੀਸ਼ਨ ਦੇ ਰਿਗਾਰਡਿੰਗ ਨੌਲੇਜ ਦਿੰਦੇ ਆ। ਨਿਊਟ੍ਰੀਸ਼ਨ ਦੇ ਵਿੱਚ ਇਹ ਆਉਂਦਾ ਹੈ ਕਿ ਆਪਾਂ ਪੇਸ਼ੈਂਟ ਨੂੰ ਕਿੱਦਾਂ ਦੀ ਡਾਈਟ ਪ੍ਰੋਵਾਈਡ ਕਰਵਾਉਣੀ ਹੈ, ਰਿਗਾਰਡਿੰਗ ਉਹਨਾਂ ਦੇ ਵਿੱਚ ਮੈਕਰੋ ਨਿਊਟ੍ਰੀਐਂਟ ਐਂਡ ਮਾਈਕਰੋ ਨਿਊਟ੍ਰੀਐਂਟਸ ਆਉਂਦੇ ਨੇ, ਜਿਹਦੇ ਵਿੱਚ ਆਪਾਂ ਕਾਰਬੋਹਾਈਡਰੇਟ, ਪ੍ਰੋਟੀਨਸ ਐਂਡ ਫੈਟਸ ਇਹਨਾਂ ਦੇ ਰਿਗਾਰਡਿੰਗ ਬੱਚਿਆਂ ਨੂੰ ਨੌਲੇਜ ਦਿੰਦੇ ਆ, ਜਿਹਦੇ ਕਰਕੇ ਜਦੋਂ ਉਹਨਾਂ ਦੀਆਂ ਹਸਪੀਟਲ ਡਿਊਟੀਜ਼ ਲੱਗਦੀਆਂ ਨੇ ਉਸ ਦੇ ਵਿੱਚ ਬੱਚੇ ਕੀ ਕਰਦੇ ਨੇ ਕਿ ਪੇਸ਼ੈਂਟ ਨੂੰ ਅਕੋਰਡਿੰਗ ਟੂ ਉਹਨਾਂ ਦੀ ਡਿਜ਼ੀਜ਼ ਕੰਡੀਸ਼ਨ ਦੇ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾਉਂਦੇ ਨੇ। ਸੋ ਇਸ ਨਿਊਟ੍ਰੀਸ਼ਨ ਲੈਬ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੇ ਜੋ ਆਪਾਂ ਬੱਚਿਆਂ ਨੂੰ ਸਿਖਾਉਂਦੇ ਆ। ਲਾਈਕ ਦਿਸ ਇਜ਼ ਅ ਚਾਰਟ, ਇਹ ਚਾਰਟ ਹੈਗਾ ਸੋਰਸ ਆਫ ਫੈਟਸ ਦਾ। ਇਹਦੇ ਵਿੱਚ ਕੀ ਹੈਗਾ ਕਿ ਕੁਝ ਸਾਡੇ ਬੋਡੀ ਦੇ ਵਿੱਚ ਜਾਂ ਫਿਰ ਬਾਹਰ ਕੁਝ ਇੱਦਾਂ ਦੇ ਫੈਟਸ ਹੁੰਦੇ ਨੇ ਜੋ ਸਾਡੀ ਬੋਡੀ ਲਈ ਵਧੀਆ ਵੀ ਹੁੰਦੇ ਨੇ, ਅਤੇ ਕੁਝ ਅਨਸੈਚੂਰੇਟਡ ਹੁੰਦੇ ਨੇ ਜੋ ਕਿ ਸਾਡੇ ਅੰਦਰ ਡਿਜ਼ੀਜ਼ ਕੋਜ਼ ਕਰਦੇ ਨੇ ਹਾਰਟ ਦੇ ਰਿਲੇਟਡ। ਸੋ ਸੋਰਸ ਆਫ ਫੈਟ ਦੇ ਵਿੱਚ ਜਿੱਦਾਂ ਆਉਂਦਾ ਹੈਗਾ ਘਰ ਦਾ ਘਿਓ ਹੋ ਗਿਆ, ਬਟਰ, ਜਿੱਦਾਂ ਆਪਾਂ ਬਦਾਮ ਖਾਂਦੇ ਹਾਂ, ਜਾਂ ਫਿਰ ਕੋਕੋਨਟ ਹੋ ਗਿਆ, ਐਗਸ, ਫਾਸਟ ਫੂਡ, ਇਹ ਸਾਰੇ ਜਿਹੜੇ ਫਾਸਟ ਫੂਡ ਵਗੈਰਾ ਨੇ ਇਹ ਸਾਡੇ ਗਲਤ ਫੈਟ ਦੇ ਵਿੱਚ ਆਉਂਦੇ ਨੇ। ਅਤੇ ਨੈਕਸਟ ਸਾਡੇ ਕੋਲ ਹੈਗਾ ਇੱਥੇ ਕਾਰਬੋਹਾਈਡਰੇਟ ਵੀ ਸਾਡੀ ਬੋਡੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਬਟ ਇਹਦੇ ਵਿੱਚ ਵੀ ਕਾਰਬੋਹਾਈਡਰੇਟ ਅਗਰ ਆਪਾਂ ਬਲਕ ਦੇ ਵਿੱਚ ਖਾਵਾਂਗੇ ਦੈਨ ਉਹ ਵੀ ਸਾਡੀ ਬੋਡੀ ਨੂੰ ਹਾਰਮ ਕਰਦਾ ਹੈ। ਸੋ ਜੋ ਵਧੀਆ ਕਾਰਬੋਹਾਈਡਰੇਟ ਹੈਗੇ ਜਿੱਦਾਂ ਲਾਈਕ ਸ਼ੂਗਰ, ਕੇਕ, ਇਹਦੇ ਵਿੱਚੋਂ ਸਾਨੂੰ ਕੀ ਮਿਲਦਾ ਹੈ ਕਿ ਕਾਰਬੋਹਾਈਡਰੇਟ ਮਿਲਦਾ ਹੈ, ਐਂਡ ਕੋਰਨ, ਵੈਜੀਟੇਬਲਸ, ਸਟਾਰਚੀ ਵੈਜੀਟੇਬਲ, ਫਰੂਟ, ਰਾਈਸ, ਪਲਸਿਸ, ਬ੍ਰੈਡ, ਇਹਨਾਂ ਸਾਰਿਆਂ ਦੇ ਵਿੱਚ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਬਟ ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਬਹੁਤ ਜ਼ਿਆਦਾ ਬਲਕ ਦੇ ਵਿੱਚ ਖਾਂਦੇ ਹਾਂ ਜਾਂ ਪੇਸ਼ੈਂਟ ਕੋਈ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਮਿਸਯੂਜ਼ ਕਰ ਰਿਹਾ ਹੈ ਦੈਨ ਇਟ ਵਿਲ ਕ੍ਰੀਏਟ ਪ੍ਰੋਬਲਮ, ਲਾਈਕ ਪੇਸ਼ੈਂਟ ਨੂੰ ਡਾਇਬਟੀਜ਼ ਜਾਂ ਉਹਨੂੰ ਸ਼ੂਗਰ ਦੀ ਬਿਮਾਰੀ ਹੋ ਜਾਂਦੀ ਆ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਆਪਾਂ ਇੱਥੇ ਬਣਾਇਆ ਹੋਇਆ ਲਾਈਕ ਓਟ ਮੀਲਸ ਬਣਾਏ ਹੋਏ ਨੇ ਕਿ ਜਿਹੜੇ ਪੇਸ਼ੈਂਟ ਡਾਈਟ ਕਰਦੇ ਨੇ ਉਹਨਾਂ ਨੂੰ ਆਪਾਂ ਕਿੱਦਾਂ ਦੇ ਫੂਡ ਸਰਵ ਕਰਨੇ ਹੁੰਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਇੱਥੇ ਹੈਲਦੀ ਫੂਡ ਐਂਡ ਅਨਹੈਲਦੀ ਫੂਡ, ਕਿਹੜਾ ਫੂਡ ਜਿਹੜਾ ਹੈ ਉਹ ਹੈਲਦੀ ਫੂਡ 'ਚ ਆਉਂਦਾ ਹੈ ਅਤੇ ਕਿਹੜਾ ਅਨਹੈਲਦੀ 'ਚ ਆਉਂਦਾ ਹੈ। ਸੋ ਹੈਲਦੀ ਫੂਡ ਦੇ ਵਿੱਚ ਕੋਰਨਫਲੇਕਸ, ਮਿਲਕ, ਐਗ, ਚਿਕਨ, ਫਿਸ਼, ਐਂਡ ਅਨਹੈਲਦੀ ਫੂਡ ਦੇ ਵਿੱਚ ਲੋਲੀਪੋਪ, ਚਾਕਲੇਟ, ਪੀਜ਼ਾ, ਬਰਗਰ। ਕਿਉਂਕਿ ਜਦੋਂ ਆਪਾਂ ਇਹ ਅਨਹੈਲਦੀ ਫੂਡ ਖਾਂਦੇ ਹਾਂ ਦੈਨ ਸਾਨੂੰ ਇਹ ਸਾਡੇ ਬੋਡੀ ਦੇ ਵਿੱਚ ਅਨਸੈਚੂਰੇਟਡ ਫੈਟ ਜਾਂ ਮਤਲਬ ਅਨਵਾਂਟਡ ਕਾਰਬੋਹਾਈਡਰੇਟ ਲੈ ਕੇ ਜਾਂਦਾ। ਉਹਦੇ ਕਰਕੇ ਕੀ ਹੁੰਦਾ ਹੈ ਕਿ ਪੇਸ਼ੈਂਟ ਦੀ ਬੋਡੀ ਦੇ ਵਿੱਚ ਸਾਰੇ CBC ਜਾਂ ਫਿਰ ਕੋਈ ਵੀ LFT,
RFT ਇਹਨਾਂ ਸਾਰਿਆਂ ਦੇ ਰਿਜ਼ਲਟ ਜਿਹੜੇ ਨੇ ਅਲਟਰ ਹੋ ਜਾਂਦੇ, ਜਿਹਦੇ ਕਾਰਨ ਪੇਸ਼ੈਂਟ ਨੂੰ ਬਹੁਤ ਵੱਡੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਜਿੱਦਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਮਤਲਬ ਸਾਰੇ ਹਰ ਤੀਜੇ ਘਰ ਦੇ ਵਿੱਚ ਡਾਇਬਟੀਜ਼ ਹੋ ਰਿਹਾ ਪੇਸ਼ੈਂਟ ਨੂੰ, ਜਾਂ ਫਿਰ ਯੰਗ ਏਜ ਦੇ ਵਿੱਚ ਹਾਰਟ ਅਟੈਕ ਆ ਰਹੇ ਨੇ, ਸਟ੍ਰੋਕ ਆ ਰਿਹਾ ਹੈ। ਇਹਦੇ ਕਰਕੇ ਇਹ ਸਾਰਾ ਕੁਝ ਸਾਡਾ ਡਾਈਟਰੀ ਪੈਟਰਨ ਕਰਕੇ ਹੈਗਾ। ਤੇ ਆਪਾਂ ਇੱਥੇ ਇਸ ਕਾਲਜ ਦੇ ਵਿੱਚ ਨਰਸਿਸ ਨੂੰ ਜਾਂ ਆਪਣੇ ਸਟੂਡੈਂਟ ਨੂੰ ਪ੍ਰਿਪੇਅਰ ਕਰਦੇ ਹਾਂ ਕਿ ਉਹ ਪੇਸ਼ੈਂਟ ਨੂੰ ਦੱਸਣ ਕਿ ਉਹਨਾਂ ਲਈ ਕਿਹੜਾ ਫੂਡ ਵਧੀਆ ਹੈਗਾ ਤੇ ਕਿਹੜਾ ਉਹਨਾਂ ਲਈ ਅਨਹੈਲਦੀ ਹੈਗਾ। ਉਸ ਤੋਂ ਬਾਅਦ ਹੈ ਡਾਈਟ ਇਨ ਪ੍ਰੈਗਨੈਂਸੀ ਵੀ ਇੱਕ ਬਹੁਤ ਜ਼ਿਆਦਾ ਕ੍ਰੂਸ਼ੀਅਲ ਪਾਰਟ ਹੈ ਇੱਕ ਲੇਡੀਜ਼ ਦੀ ਲਾਈਫ ਦੇ ਵਿੱਚ। ਇਹਦੇ ਵਿੱਚ ਵੀ ਜੋ ਵੀ ਉਹ ਮਦਰ ਖਾਂਦੀ ਆ ਉਹ ਸਾਰਾ ਉਹਦੇ ਬੇਬੀ ਨੂੰ ਲੱਗਦਾ ਹੈ, ਤੇ ਅਗਰ ਉਹ ਵਧੀਆ ਖਾਏਗੀ ਦੈਨ ਬੇਬੀ ਦੀ ਡਿਵੈਲਪਮੈਂਟ ਬਹੁਤ ਵਧੀਆ ਹੋਏਗੀ। ਅਗਰ ਉਹ ਅਨਹੈਲਦੀ ਫੂਡ ਖਾਓਗੀ ਦੈਨ ਬੇਬੀ ਜਿਹੜਾ ਹੁੰਦਾ ਉਹ ਮਾਲ ਨਰਿਸ਼ ਹੋ ਸਕਦਾ ਹੈ, ਜਾਂ ਉਹਦੀ ਜਿਹੜੀ ਡਿਲੀਵਰੀ ਆ ਉਹ ਕੰਪਲਿਕੇਟਡ ਹੋ ਸਕਦੀ ਆ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਲਾਈਕ ਹਾਰਟ ਲਈ ਕਿਹੜੇ ਫੂਡ ਜਿਹੜੇ ਨੇ, ਮਤਲਬ ਜਿਹੜੇ ਫਰੂਟ ਜਾਂ ਫੂਡ ਵਧੀਆ ਹੈਗੇ ਨੇ ਤੇ ਕਿਹੜੇ ਪ੍ਰੋਬਲਮ ਕ੍ਰੀਏਟ ਕਰਦੇ ਨੇ। ਲਾਈਕ ਜਿੱਦਾਂ ਹਰੇ ਪੱਤੇ ਵਾਲੀ ਸਬਜ਼ੀਆਂ ਖਾਣ ਨਾਲ ਹਾਰਟ ਜਿਹੜਾ ਹੈਲਦੀ ਰਹਿੰਦਾ ਹੈ, ਫਰੂਟਸ ਖਾਣ ਨਾਲ ਵਧੀਆ ਰਹਿੰਦਾ ਹੈ। ਆਫਟਰ ਦੈਟ ਪ੍ਰੋਟੀਨਸ, ਜਿੱਦਾਂ ਕਾਰਬੋਹਾਈਡਰੇਟਸ ਹੈਗੇ ਉੱਦਾਂ ਸਾਡੇ ਸਰੀਰ ਵਾਸਤੇ ਪ੍ਰੋਟੀਨਸ ਬੜੀਆਂ ਜ਼ਰੂਰੀ ਨੇ। ਪ੍ਰੋਟੀਨ ਸਾਡੀਆਂ ਜਿਹੜੀਆਂ ਵਿੱਚ ਆਪਾਂ ਘਰ ਦੇ ਵਿੱਚ ਦਾਲ ਖਾਂਦੇ ਹਾਂ ਜਾਂ ਬੀਨਸ ਖਾਂਦੇ ਹਾਂ ਜਾਂ ਫਿਰ ਮਿਲਕ, ਐਗ, ਫਿਸ਼, ਮੀਟ ਜਿਹੜਾ ਵੀ ਖਾਂਦੇ ਹਾਂ ਉਹਨਾਂ ਵਿੱਚ ਪ੍ਰੋਟੀਨਸ ਹੁੰਦੀਆਂ ਨੇ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਫੰਕਸ਼ਨ ਆਫ ਪ੍ਰੋਟੀਨ ਦਾ ਸਾਡੀ ਲਾਈਫ ਦੇ ਮਤਲਬ ਸਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਹੈਗਾ। ਪ੍ਰੋਟੀਨ ਸਾਨੂੰ ਘਰ 'ਚ ਕਿਸੇ ਵੀ ਲਾਈਕ ਘਰ 'ਚ ਆਪਾਂ ਦਾਲਾਂ ਰੱਖੀਆਂ ਹੋਈਆਂ ਉਹਨਾਂ ਵਿੱਚ ਮਿਲ ਜਾਂਦਾ ਹੈ, ਆਪਾਂ ਰੈਗੂਲਰ ਕੋਈ ਵੀ ਚੀਜ਼ ਖਾਂਦੇ ਹਾਂ ਉਹਨਾਂ ਵਿੱਚ ਸਾਨੂੰ ਮਿਲ ਜਾਂਦਾ ਹੈ। ਆਫਟਰ ਦੈਟ ਵੀ ਹੈਵ ਫੈਟਸ ਜਿੱਦਾਂ ਕਿ ਪਹਿਲੇ ਵੀ ਮੈਂ ਦੱਸਿਆ ਸੀਗਾ ਕਿ ਫੈਟਸ ਦੇ ਵਿੱਚ ਲਾਈਕ ਜਿਹੜਾ ਘਰ ਦਾ ਘਿਓ ਹੁੰਦਾ ਉਹ ਬਟਰ ਹੋ ਗਿਆ, ਫਾਸਟ ਫੂਡ ਹੋ ਗਿਆ, ਇਨ ਸਾਰਿਆਂ ਵਿੱਚ ਫੈਟ ਹੁੰਦਾ ਹੈ। ਬਟ ਇਹਨਾਂ ਦੇ ਵਿੱਚ ਕੀ ਹੁੰਦਾ ਹੈ, ਕੁਛ ਦੇ ਵਿੱਚ ਅਨਸੈਚੂਰੇਟਡ ਫੈਟ ਹੁੰਦਾ ਜਿਹੜਾ ਸਾਡੀ ਬੋਡੀ ਲਈ ਵਧੀਆ ਨਹੀਂ ਹੁੰਦਾ। ਫਿਰ ਆਪਾਂ ਪੇਸ਼ੈਂਟ ਨੂੰ ਕਹਿੰਦੇ ਆ ਕਿ ਤੁਸੀਂ ਇਹ ਚੀਜ਼ਾਂ ਨਾ ਡਾਈਟ 'ਚ ਲਓ। ਆਫਟਰ ਦੈਟ ਕੁਛ ਡਿਜ਼ੀਜ਼ ਹੁੰਦੇ ਨੇ ਜਿਹੜਾ ਆਪਾਂ ਨਰਸਿੰਗ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਜੋ ਡੈਫੀਸ਼ੀਐਂਸੀ ਡਿਜ਼ੀਜ਼ ਸਾਡੇ ਬੋਡੀ ਦੇ ਵਿੱਚ ਗਵਾਈਟਰ ਡਿਜ਼ੀਜ਼ ਹੁੰਦਾ ਹੈ। ਅਗਰ ਇਹਦੇ ਵੀ ਗਵਾਈਟਰ ਦੇ ਵਿੱਚ ਕੀ ਹੁੰਦਾ ਹੈ, ਥਾਇਰਾਇਡ ਗਲੈਂਡ ਜਿਹੜੀ ਸਾਡੀ ਬੋਡੀ ਦੇ ਵਿੱਚ ਹੁੰਦੀ ਹੈ ਉਹਦੀ ਐਨਲਾਰਜਮੈਂਟ ਹੋ ਜਾਂਦੀ ਹੈ। ਐਨੀਮੀਆ ਸਾਡੇ ਵਿੱਚ ਅਗਰ ਬੋਡੀ ਦੇ ਵਿੱਚ RBC ਘੱਟ ਹੋਏ ਤਾਂ ਕਰਕੇ। ਉਸ ਦਾ ਮੇਨ ਨਿਊਟ੍ਰੀਸ਼ਨ ਲੈਬ ਦੇ ਵਿੱਚ ਇਹ ਹੈਗਾ ਕਿ ਪਰਸਨਲ ਹਾਈਜੀਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਅਗਰ ਪੇਸ਼ੈਂਟ ਨੂੰ ਆਪਾਂ ਡਾਈਟ ਪ੍ਰੋਵਾਈਡ ਕਰਵਾਵਾਂਗੇ ਤਾਂ ਪਰਸਨਲ ਹਾਈਜੀਨ ਨੂੰ ਵੀ ਕਵਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਆਫਟਰ ਦੈਟ ਅਗੇਨ ਦੇਰ ਇਜ਼ ਅ ਪਰਸਨਲ ਹਾਈਜੀਨ। ਇਸ ਤਰ੍ਹਾਂ ਇਹ ਸਾਡੀ ਨਿਊਟ੍ਰੀਸ਼ਨ ਲੈਬ ਹੈਗੀ ਹੈ ਜੋ ਆਪਾਂ ਇਸ ਕਾਲਜ ਦੇ ਵਿੱਚ ਬੱਚਿਆਂ ਨੂੰ ਨੌਲੇਜ ਦਿੰਦੇ ਹਾਂ ਕਿ ਪੇਸ਼ੈਂਟ ਨੂੰ ਆਪਾਂ ਕਿੱਦਾਂ ਦੀ ਡਾਈਟ ਦੇਣੀ ਹੈ ਡਿਫਰੈਂਟ ਡਿਜ਼ੀਜ਼ ਦੇ ਵਿੱਚ। ਮੈਂ ਸੁੰਦਰ ਲਾਲ, ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਚੇਅਰਮੈਨ। ਸਾਡੇ 1997 'ਚ ਅਸੀਂ ਕਾਲਜ ਖੋਲ੍ਹਿਆ ਨਰਸਿੰਗ ਦਾ। ਫਿਰ ਉਸ 2005 ਦਾ ਅਸੀਂ ਐਜੂਕੇਸ਼ਨ ਖੋਲ੍ਹਿਆ, B.Ed, BA, BCom, BCA। ਫਿਰ ਹੁਣ ਪੈਰਾਮੈਡੀਕਲ ਖੋਲ੍ਹਿਆ। ਸਾਡੇ ਬੱਚੇ ਜਿੰਨੇ ਵੀ ਹੈ ਨਰਸਿੰਗ ਦੇ ਦੇਸ਼ਾਂ ਵਿਦੇਸ਼ਾਂ 'ਚ ਜੋਬ ਕਰਦੇ ਪਏ ਹੈ। ਹੁਣ ਐਜੂਕੇਸ਼ਨ ਦੇ ਬੱਚੇ ਸਕੂਲਾਂ 'ਚ ਜੋਬ ਕਰਦੇ ਪਏ ਹੈ। ਹੁਣ ਪੈਰਾਮੈਡੀਕਲ ਦੇ ਸਾਡਾ ਬੈਚ ਨਿਕਲੇਗਾ, ਸਾਰਿਆਂ ਨੂੰ ਉਹਨਾਂ ਨੂੰ ਹੌਸਪੀਟਲਾਂ 'ਚ ਜੋਬ ਮਿਲ ਜਾਣੀ ਹੈ। ਇਹ ਰਤਨ ਪ੍ਰੋਫੈਸ਼ਨ ਜਿਹੜਾ ਇਹ ਕਾਲਜ ਹੈ, ਇੱਥੇ ਜਿਹੜੇ ਬੱਚੇ ਆਉਂਦੇ ਹੈ ਉਹ ਸ਼੍ਰੀਨਗਰ ਤੋਂ ਆਉਂਦੇ ਹੈ, ਅਰੁਣਾਚਲ ਤੋਂ ਆਉਂਦੇ ਹੈ, ਮਨੀਪੁਰ ਤੋਂ ਆਉਂਦੇ ਹੈ, ਬਿਹਾਰ ਤੋਂ ਆਉਂਦੇ ਹੈ, UP ਤੋਂ ਆਉਂਦੇ ਹੈ, ਦੇਸ਼ਾਂ ਵਿਦੇਸ਼ਾਂ ਮਤਲਬ ਵੀ ਬਾਹਰ ਤੋਂ USA ਤੋਂ ਵੀ ਪੜ੍ਹ ਕੇ ਗਏ ਹੈ। ਇੱਕ ਲੜਕੀ MBBS ਕੀਤੀ ਵੀ ਸੀਗੀ। ਉਹ ਬੱਚੇ ਨੇ ਇੱਥੇ ਸਾਡੇ ਕੋਲ ਨਰਸਿੰਗ BSc ਨਰਸਿੰਗ ਕਰਕੇ ਗਈ ਹੈ ਪੂਰੇ 4 ਸਾਲ ਲਾ ਕੇ। MBBS ਦੀ USA 'ਚ ਪੁੱਛਣੀ ਸੀ, ਉਹ ਮੈਂ ਉਹਨੂੰ ਪੁੱਛਿਆ ਵੀ ਤੂੰ ਐਂ ਕਿਆ ਕਰਦੀ, ਕਹਿੰਦੀ ਵੀ ਮੈਨੂੰ ਉੱਥੇ ਨਰਸਿੰਗ ਦੀ ਜ਼ਿਆਦਾ ਮੇਰੀ ਸੈਲਰੀ ਹੈ, ਇਸ ਕਰਕੇ ਮੈਂ BSc ਨਰਸਿੰਗ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਕਰੀ ਹੈ। ਇਹ ਪਹਿਲਾਂ ਪੇਂਡੂ ਸਕੂਲ ਸੀਗਾ, ਪਿੰਡਾਂ ਦੇ ਲੋਕ ਆਉਂਦੇ ਤੇ ਬਹੁਤ ਜ਼ਿਆਦਾ ਪਿੰਡਾਂ। ਹੁਣ ਇਹ ਸ਼ਹਿਰ ਦਾ ਬਣ ਗਿਆ, ਸੈਕਟਰ 78 ਏਅਰਪੋਰਟ ਰੋਡ ਦੇ ਨੇੜੇ ਹੈ। 43 ਬੱਸ ਸਟੈਂਡ ਤੋਂ ਇਹ ਟੋਟਲ ਇਹ 4 ਕਿਲੋਮੀਟਰ ਹੈ, ਏਅਰਪੋਰਟ ਤੋਂ ਇਹ 4.5 ਕਿਲੋਮੀਟਰ ਹੈ। ਇਹ ਸ਼ਹਿਰ ਦੇ ਵਿੱਚ ਹੈ, ਸੈਕਟਰ 78। ਅਸੀਂ ਬੱਚਿਆਂ ਨੂੰ ਪ੍ਰੈਜੈਂਟ ਕਰਦੇ ਹਾਂ ਵੀ ਤੁਸੀਂ ਇੱਥੇ ਆਓ ਅਤੇ ਆਪਣਾ ਭਵਿੱਖ ਆਪਣਾ ਬਣਾਓ। ਅਤੇ ਜਿਹੜੇ ਬੱਚੇ +2 ਕਰਕੇ ਕੈਨੇਡਾ ਜਾਂਦੇ ਆ ਜਾਂ ਅਮਰੀਕਾ ਜਾਂਦੇ ਆ ਜਾਂ ਆਸਟ੍ਰੇਲੀਆ ਜਾਂਦੇ ਆ, ਉਹ ਇੱਦਾਂ ਨਾ ਜਾਓ, ਕੋਰਸ ਕਰਕੇ ਜਾਓ, ਉਹਨਾਂ ਨੂੰ ਜਾਂਦੇ ਹੀ ਜੋਬ ਮਿਲਦੀ ਹੈ। ਅਸੀਂ ਜੋਬ ਦੀ ਗਰੰਟੀ ਵੀ ਦਵਾਉਂਦੇ ਹਾਂ। ਅਸੀਂ ਜਿੱਦਾਂ ਸਾਡੀ ਦੁਬਈ ਨਾਲ ਹੈ MOU, ਸਾਡਾ USA ਨਾਲ ਵੈਸਟਰਨ ਯੂਨੀਵਰਸਿਟੀ ਨਾਲ ਵੀ ਹੈ, ਸਾਡਾ ਕੈਨੇਡਾ ਨਾਲ ਵੀ ਹੈ। ਅਸੀਂ ਕਹਿੰਦੇ ਤੁਸੀਂ ਇੱਥੇ ਜੇ ਪੜ੍ਹ ਕੇ ਜਾਂਦੇ ਆ, ਨਰਸਿੰਗ ਕਰਦੇ ਆ, ਤਾਂ ਉਹਨਾਂ ਨਾਲ ਦੇ ਨਾਲ ਜੋਬ ਨਾਲ ਦਵਾਉਂਦੇ ਆ। ਅਸੀਂ ਪੰਜਾਬ, ਹਰਿਆਣਾ ਮਤਲਬ ਪੂਰੇ ਇੰਡੀਆ ਦੇ ਬੱਚਿਆਂ ਨੂੰ ਰਿਕੁਐਸਟ ਕਰਦੇ ਹਾਂ ਤੁਸੀਂ ਆਪਣਾ ਇੱਥੇ ਪੜ੍ਹੋ, ਪੜ੍ਹ ਕੇ ਆ ਕੇ ਆਪਣਾ ਸੁਨਹਿਰੀ ਭਵਿੱਖ ਬਣਾਓ। ਜਿਹੜੇ ਬੱਚੇ ਪੰਜਾਬ ਤੋਂ +2 ਤੋਂ ਬਾਅਦ ਜਾਂਦੇ ਆ, ਉਹ ਆਪਣਾ ਇੱਥੇ ਨਰਸਿੰਗ ਦਾ ਕੋਰਸ ਕਰਕੇ ਜਾਓ, ਉਹਨਾਂ ਦਾ ਅੱਛਾ ਭਵਿੱਖ ਬਣੇਗਾ, ਕੈਨੇਡਾ 'ਚ ਬਣੇਗਾ। ਸਾਡਾ ਵੈਸਟਰਨ ਯੂਨੀਵਰਸਿਟੀ ਕੈਲੀਫੋਰਨੀਆ ਨਾਲ ਸਾਡਾ MOU ਹੈ। ਅਸੀਂ ਬੱਚਿਆਂ ਨੂੰ ਕਹਿੰਦੇ ਵੀ 1 ਸਾਲ ਤੁਸੀਂ ਸਾਡੇ ਕੋਲ ਪੜ੍ਹੋ, 2 ਸਾਲ ਤੁਸੀਂ ਕੈਨੇਡਾ USA ਜਾ ਕੇ ਪੜ੍ਹ ਸਕਦੇ ਆ, ਨਾਲ ਉਹ ਜੋਬ ਵੀ ਕਰ ਸਕਦੇ ਆ, ਉਹ ਆਪਣੀ ਤਨਖਾਹ ਨਾਲ ਕੱਢ ਵੀ ਸਕਦੇ ਆ। ਅਸੀਂ ਸਭ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਆਪਣਾ
ਅੱਛਾ ਭਵਿੱਖ ਬਣਾਓ, ਇੱਥੇ ਪੜ੍ਹੋ ਆ ਕੇ ਪੰਜਾਬ ਦੇ ਬੱਚਿਆਂ ਨੂੰ, ਵੀ ਤੁਸੀਂ +2 ਕਰਕੇ ਨਾ ਜਾਓ। My name is Karthik and I am the director of Ratan Professional Education College. So the courses that we offer here are GNM, ANM, BSc Nursing, Post Basic Nursing, MSc, and we do have management courses such as B.Ed, M.Ed and BA, BCom, BBA, BCA. And we have recently started with our paramedical courses, which are BSc Medical Lab Science. We have radiology and we do have anesthesia course. I would rather suggest all the viewers and all the students who are watching that you guys should get enrolled with us in Ratan Professional Education College to have a brighter future. And we also make sure that once you guys have passed out, you guys get good placements and good jobs in good hospitals as well as education sector. That's it. ਅੱਜ ਅਸੀਂ ਪਹੁੰਚੇ ਹਾਂ ਰਤਨ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ, ਔਰ ਇੱਥੇ ਬੱਚਿਆਂ ਦੇ ਲਈ ਕੀ ਮੌਕੇ ਨੇ +2 ਤੋਂ ਬਾਅਦ, ਅਗਰ +2 ਦੀ ਪੜ੍ਹਾਈ ਉਹ ਪੂਰੀ ਕਰ ਚੁੱਕੇ ਨੇ ਤਾਂ ਹੁਣ ਅੱਗੇ ਕੀ ਮੌਕੇ ਨੇ, ਖਾਸ ਤੌਰ ਤੇ ਉਹ ਵਿਦਿਆਰਥੀ ਜਿਹੜੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੇ ਨੇ, BSc ਨਰਸਿੰਗ ਜਾਂ ਮੈਡੀਕਲ ਦੀ ਹੋਰ ਨਰਸਿੰਗ ਦੀ ਪੜ੍ਹਾਈ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ, ਤਾਂ ਉਹਨਾਂ ਦੇ ਲਈ ਕਿਹੜੇ ਕੋਰਸਿਸ ਨੇ, ਕਿਵੇਂ ਦੇ ਮੌਕੇ ਨੇ, ਉਹ ਸਾਰੇ ਆਪਾਂ ਜਾਣਾਂਗੇ। ਇਸ ਕਾਲਜ ਦੇ ਇਸ ਇੰਸਟੀਚਿਊਟ ਦੇ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਰਹਿਣਗੇ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਸੋ ਮਚ, ਥੈਂਕਸ ਫॉर ਕਮਿੰਗ ਹੇਅਰ। ਜੀ ਮੈਮ, ਕਿਹੜੇ ਖਾਸ ਤੌਰ ਤੇ ਪਹਿਲਾਂ ਤਾਂ ਤੁਹਾਡੇ ਕੋਲੇ +2 ਤੋਂ ਜਿਹੜਾ ਇੱਕ ਫਰੈਸ਼ ਸਟੂਡੈਂਟ ਨਿਕਲਿਆ ਉਹਦੇ ਲਈ ਕੀ ਜਿਹੜੇ ਨਰਸਿੰਗ ਦੇ ਵਿੱਚ ਮੌਕੇ ਹੈਗੇ ਨੇ? ਇਹ ਜੋ ਬੱਚਾ +2 ਆਰਟਸ ਦੇ ਵਿੱਚ ਪਾਸ ਕਰਦਾ ਹੈ ਉਹ ਸਾਡੇ ਕੋਲ ANM ਕਰ ਸਕਦਾ ਅਤੇ GNM ਕਰ ਸਕਦਾ ਹੈ। ANM ਦਾ ਡਿਪਲੋਮਾ ਹੈਗਾ ਜਿਹੜੇ ਨਰਸਿਸ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ, ਪਿੰਡਾਂ ਦੇ ਵਿੱਚ ਜੋ ਡਿਸਪੈਂਸਰੀਜ਼ ਹੈ ਜਾਂ ਪ੍ਰਾਇਮਰੀ ਹੈਲਥ ਸੈਂਟਰਸ ਹੈ ਉੱਥੇ ਉਹ ਜੌਬ ਕਰ ਸਕਦੇ ਨੇ। ਅਤੇ ਜਿਹੜੇ ਸਾਡੇ ਕੋਲ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਹੈ ਉਹ ਵੀ ਕੋਰਸ ਜਿਹੜੇ ANM ਆਰਟਸ ਤੋਂ ਪਾਸ ਬੱਚੇ ਨੇ ਉਹ ਕਰ ਸਕਦੇ ਨੇ। ਆਰਟਸ ਫੀਲਡ ਤੋਂ ਜਿਹੜਾ ਪਾਸ ਆ ਉਹ ANM GNM ਅਤੇ GNM, ਹਾਂਜੀ। ਅਤੇ ਇੱਕ ਸਾਡੇ ਕੋਲ ਹੋਰ ਵੀ ਕੋਰਸ ਹੈ ਜੋ ਮੈਟ੍ਰਿਕ ਬੱਚਾ ਕਰ ਸਕਦਾ, ਉਹ OT ਦੇ ਵਿੱਚ ਅਸਿਸਟੈਂਟ ਕੰਮ ਕਰਦੇ ਨੇ, ਉਹ ਵਾਲਾ 1 ਸਾਲ ਦਾ ਕੋਰਸ ਹੈ, ਉਹ ਮੈਟ੍ਰਿਕ ਪਾਸ ਬੱਚਾ ਕਰ ਸਕਦਾ। ਆਪਰੇਸ਼ਨ ਥੀਏਟਰ ਦੇ ਵਿੱਚ ਹਸਪੀਟਲ ਦੇ ਵਿੱਚ ਜਿਹੜਾ ਨੌਕਰੀ ਕਰਨ ਵਾਲਾ ਉਹ OT ਦਾ ਕੋਰਸ ਕਰ ਸਕਦਾ 10ਵੀਂ ਤੋਂ ਬਾਅਦ ਹੀ? ਹਾਂ, 10ਵੀਂ ਤੋਂ ਬਾਅਦ 1 ਸਾਲ ਦਾ ਕੋਰਸ ਹੈ ਉਹ ਕਰ ਸਕਦਾ, ਅਤੇ ਇਹਦੇ ਵਿੱਚ ਗੌਰਮੈਂਟ ਜੌਬਸ ਵੀ ਉਹਨਾਂ ਨੂੰ ਅਵੇਲੇਬਲ ਹੈ। ਔਰ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬੱਚੇ ਜਾਂ ਨਾਨ ਮੈਡੀਕਲ ਦੀ ਪੜ੍ਹਾਈ ਕਰਨ ਦਾ ਜਿਨ੍ਹਾਂ ਕੋਲ ਸਟਰੀਮ ਰਿਹਾ ਉਹਨਾਂ ਦੇ ਲਈ ਕਿਹੜੀ? ਮੈਡੀਕਲ ਦੇ ਬੱਚੇ ਡਾਇਰੈਕਟ ਐਡਮਿਸ਼ਨ ਲੈ ਸਕਦੇ ਆ। BSc ਨਰਸਿੰਗ 4 ਈਅਰ ਡਿਗਰੀ ਕੋਰਸ ਹੈ, ਬਟ ਜੋ ਨਾਨ ਮੈਡੀਕਲ ਬੱਚਾ ਅਗਰ ਨਰਸਿੰਗ ਕਰਨਾ ਚਾਹੁੰਦਾ ਉਹਨੂੰ ਬਾਇਓ ਦਾ ਐਗਜ਼ਾਮ ਦੇਣਾ ਪੈਣਾ, ਫਿਰ ਉਹ BSc ਦੇ ਵਿੱਚ ਐਡਮਿਸ਼ਨ ਲੈ ਸਕਦਾ। ਔਰ ਤੁਹਾਡੇ ਕੋਲ BSc ਨਰਸਿੰਗ ਹੈ, ANM GNM ਅਤੇ OT ਦਾ ਇੱਕ ਡਿਪਲੋਮਾ 10ਵੀਂ ਤੋਂ ਬਾਅਦ ਵਾਲਾ? 10ਵੀਂ ਤੋਂ ਬਾਅਦ ਵਾਲਾ, ਹਾਂਜੀ। BSc ਦੀ 4 ਈਅਰ ਡਿਗਰੀ ਹੈ। ਉਸ ਤੋਂ ਬਾਅਦ ਜਿਹੜਾ GNM ਪਾਸ ਬੱਚਾ ਹੈ ਉਹ ਪੋਸਟ ਬੇਸਿਕ BSc ਨਰਸਿੰਗ ਕਰ ਸਕਦਾ 2 ਸਾਲ ਦੀ। ਉਹਦੇ ਵਿੱਚ ਇਹ ਹੁੰਦਾ ਜਿਹੜੇ ਸਾਡੇ ਕੋਲ 4 ਸਾਲ ਦੀ ਡਿਗਰੀ ਹੈ ਅਤੇ ਉਹ ਕਰਦਾ ਡਾਇਰੈਕਟ ਬੱਚਾ ਜੋ ਮੈਡੀਕਲ ਕਰਕੇ ਆਤਾ +2 ਮੈਡੀਕਲ ਪਾਸ। ਅਤੇ ਜਿਹੜੀ ਪੋਸਟ ਬੇਸਿਕ BSc ਨਰਸਿੰਗ ਹੈ ਉਹ GNM ਵਾਲਾ ਜਿਹੜਾ ਬੱਚਾ ਜਿਹਨੇ GNM ਦਾ ਡਿਪਲੋਮਾ ਕਰ ਲਿਆ ਉਹ ਪੋਸਟ ਬੇਸਿਕ ਦੇ ਵਿੱਚ ਐਡਮਿਸ਼ਨ ਲੈ ਸਕਦਾ। ਮਤਲਬ ਕਿਉਂਕਿ ਜੇ ਉਹਨੇ +2 +1 2 ਦੇ ਵਿੱਚ ਮੈਡੀਕਲ ਸਟਰੀਮ ਨਹੀਂ ਵੀ ਹੈ, ਫਿਰ ਵੀ ਜੇ ਅਗਰ ANM GNM ਕੀਤੀ ਹੈ ਤਾਂ ਫਿਰ ਉਹ BSc ਨਰਸਿੰਗ 2 ਸਾਲ ਦੀ ਡਿਗਰੀ ਕਰ ਸਕਦਾ? ਹਾਂ, BSc ਨਰਸਿੰਗ 2 ਸਾਲ ਦੀ ਡਿਗਰੀ ਕਰ ਸਕਦਾ। ANM ਵਾਲਾ ਪਹਿਲੇ GNM ਕਰੇਗਾ, ANM ਵਾਲਾ ਡਾਇਰੈਕਟ ਪੋਸਟ ਬੇਸਿਕ BSc ਨਹੀਂ ਕਰ ਸਕਦਾ। ANM ਵਾਲਾ ਪਹਿਲੇ GNM ਕਰੇਗਾ ਫਿਰ ਪੋਸਟ ਬੇਸਿਕ ਕਰੇਗਾ। ਹਾਂ, ਫਿਰ ਜਿਹੜਾ ਜੋ GNM ਵਾਲਾ ਹੈ ਉਹ ਪੋਸਟ ਬੇਸਿਕ ਕਰੇਗਾ। ਇਹਨਾਂ ਲਈ 2 ਸਾਲ ਰਿਲੈਕਸੇਸ਼ਨ ਹੋ ਜਾਂਦੀ ਹੈ। ਫਿਰ 10ਵੀਂ ਤੋਂ ਬਾਅਦ ਕਈਆਂ ਦਾ ਜੀ ਕਾਫੀ 4-5 ਸਾਲ ਦਾ ਗੈਪ ਵੀ ਹੋ ਸਕਦਾ, ਉਹਨਾਂ ਨੇ ਕੁਝ ਕੰਮ ਨਹੀਂ ਕੀਤਾ। OT 'ਚ ਕੰਮ ਕਰਨ ਵਾਲੇ ਜਿਹੜੇ ਹੈਗੇ ਨੇ, ਚਾਹੇ ਉਹ ਫੀਮੇਲ ਹੈ ਚਾਹੇ ਉਹ ਮੇਲ ਹੈ, ਅਤੇ ਉਹ ਕਿਵੇਂ, ਉਹਨਾਂ ਦੇ ਲਈ ਕੀ ਪੋਸੀਬਿਲਿਟੀਜ਼ ਹੈਗੀਆਂ ਨੇ ਆਪਰੇਸ਼ਨ ਥੀਏਟਰ ਦੇ ਵਿੱਚ ਅਗਰ ਉਹ ਕੰਮ ਕਰਨਾ ਚਾਹੁੰਦੇ? 10-10 ਸਾਲ ਦਾ ਵੀ ਗੈਪ ਹੈ ਤਾਂ ਫਿਰ ਵੀ ਕੀ ਪੋਸੀਬਿਲਿਟੀਜ਼ ਹੈਗੀਆਂ ਨੇ? ਹਾਂ, ਉਹ ਆ ਕੇ ਕੋਰਸ ਕਰ ਸਕਦੇ, ਇਹਦੇ ਵਿੱਚ ਏਜ ਲਿਮਿਟ ਨਹੀਂ ਹੈ, ਤਾਂ ਆ ਕੇ ਇਹ ਵਾਲਾ ਕੋਰਸ ਕਰ ਸਕਦੇ ਨੇ। ਜੇ 10 ਸਾਲ ਦਾ ਵੀ ਗੈਪ ਹੈ ਤਾਂ ਕਰ ਸਕਦੇ? ਹਾਂਜੀ, ਕਰ ਸਕਦੇ ਨੇ, ਕਰ ਸਕਦੇ। ਇਹ ਉਹਨਾਂ ਵਾਸਤੇ ਹੀ ਆ ਜਿਹੜੇ ਆਲਰੇਡੀ ਕੰਮ ਕਰਦੇ, ਤਾਂ ਕਿ ਉਹ ਟ੍ਰੇਨਡ ਹੋ ਜਾਏ ਇੱਥੇ, ਥੋੜ੍ਹੀ ਉਹਨਾਂ ਨੂੰ ਨੌਲੇਜ ਹੋ ਜਾਏ। ਇਹ ਬਾਬਾ ਫਰੀਦ ਯੂਨੀਵਰਸਿਟੀ ਨੇ ਖੋਲ੍ਹੇ ਹੋਏ ਆ ਕੋਰਸਿਸ, ਛੋਟੇ ਕੋਰਸਿਸ ਉਹਨਾਂ ਵਾਸਤੇ ਹੀ। ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਕੋਰਸ ਕਿਹੜੇ ਨੇ ਜੀ ਜਿਹੜੇ ਤੁਹਾਡੇ ਕਾਲਜ ਦੇ ਵਿੱਚ?
ਨਵੇਂ ਕੋਰਸ ਸਾਡੇ ਕੋਲ ਤਾਂ ਇਹੀ ਹੈ, ਇੱਕ ਓਟੀ ਹੈ, ਏਐਨਐਮ ਹੈ, ਜੀਐਨਐਮ ਹੈ, ਬੀਐਸਸੀ ਨਰਸਿੰਗ ਹੈ, ਪੋਸਟ ਬੇਸਿਕ ਬੀਐਸਸੀ ਨਰਸਿੰਗ ਹੈ ਔਰ ਐਮਐਸਸੀ ਨਰਸਿੰਗ ਵੀ ਹੈ, ਮਾਸਟਰ ਇਨ ਸਾਇੰਸ। ਮਾਸਟਰਸ ਦੇ ਲਈ ਕੀ ਰਿਕੁਆਇਰਮੈਂਟਸ ਨੇ, ਕਿੰਨੀ ਕੁ ਪਰਸੈਂਟੇਜ ਨੰਬਰਾਂ ਦੀ ਚਾਹੀਦੀ ਹੈ ਜਾਂ ਕੋਈ ਐਂਟਰੈਂਸ ਹੈ? ਉਹਨਾਂ ਕੋਲ ਜਿੱਦਾਂ ਬੀਐਸਸੀ ਕਰੀ ਹੋਏ, ਬੀਐਸਸੀ ਨਰਸਿੰਗ ਜਾਂ ਫਿਰ ਪੋਸਟ ਬੇਸਿਕ ਬੀਐਸਸੀ ਨਰਸਿੰਗ 50% ਮਾਰਕਸ ਹੋਣੇ ਚਾਹੀਦੇ। ਹਾਂਜੀ, ਪਾਸ ਇਨ ਆਲ ਸਬਜੈਕਟਸ ਬੀਐਸਸੀ ਨਰਸਿੰਗ ਔਰ ਪੋਸਟ ਬੇਸਿਕ ਬੀਐਸਸੀ ਨਰਸਿੰਗ ਦੇ ਵਿੱਚ। ਔਰ ਇਹਦੇ ਲਈ ਮੈਮ ਫੀਸ ਦਾ ਸਟਰਕਚਰ ਕੀ ਹੈ? ਖਾਸ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਤੁਹਾਡਾ ਪ੍ਰਾਈਵੇਟ ਕਾਲਜ ਹੈ ਔਰ ਇਹਦੇ ਵਿੱਚ ਨਾਰਮਲ ਸਟੂਡੈਂਟ ਵੀ ਪਿੰਡ ਦਾ ਉਹ ਆ ਸਕਦਾ ਹੈ, ਉਹਦੇ ਲਈ ਕੀ ਮੌਕੇ ਨੇ, ਕਿਸ ਤਰ੍ਹਾਂ ਦੇ ਨਾਲ ਫੀਸ ਕੀ ਇੰਸਟਾਲਮੈਂਟਸ ਦੇ ਵਿੱਚ ਲੈਂਦੇ ਹੋ, ਉਹ ਸਾਰਾ ਦੱਸਿਓ ਸਾਨੂੰ। ਫੀਸ ਦਾ ਨਾ ਅਸੀਂ ਐਕਚੁਅਲੀ ਜਦੋਂ ਬੱਚਾ ਸਾਡੇ ਕੋਲ ਆਉਂਦਾ, ਇੱਕ ਐਡਮਿਸ਼ਨ ਟੀਮ ਹੈ ਅਤੇ ਉਹ ਉਹਦਾ ਫਾਈਨੈਂਸ਼ੀਅਲ ਸਟੇਟਸ ਅਸੈਸ ਕਰਦੀ ਹੈ ਪਹਿਲੇ ਕਿ ਬੱਚਾ ਕਿੰਨੀ ਫੀਸ ਦੇ ਸਕਦਾ, ਅਤੇ ਫਿਰ ਉਹਦੇ ਅਕੋਰਡਿੰਗ ਅਸੀਂ ਫੀਸ ਉਹਦੀ ਸੈੱਟ ਕਰਦੇ ਹਾਂ। ਮਤਲਬ ਫਲੈਕਸੀਬਲ ਹੈ, ਇਹ ਨਹੀਂ ਕਿ ਇੱਕ ਫਿਕਸ ਪੈਟਰਨ ਫੀਸ ਦਾ ਕਰ ਦਿੱਤਾ ਹੋਇਆ ਕਿ ਉਹੀ ਦੇਣੀ ਹੈ, ਨਹੀਂ। ਅਤੇ ਅਸੀਂ ਪਹਿਲੇ ਉਹਦਾ ਸਟੇਟਸ ਅਸੈਸ ਕਰਕੇ ਫਿਰ ਉਹਦੀ ਫੀਸ ਸੈੱਟ ਕਰਦੇ ਹਾਂ। ਹਾਂ, ਸਟੂਡੈਂਟਸ ਦੀ ਤੁਸੀਂ ਰਿਲੈਕਸ ਕਰਦੇ ਹੋ ਫੀਸ ਦੇ ਵਿੱਚ? ਹਾਂ ਕਰਦੇ ਹਾਂ, ਬਿਲਕੁਲ ਕਰਦੇ ਹਾਂ ਅਕੋਰਡਿੰਗ ਟੂ ਦੇਅਰ ਫਾਈਨੈਂਸ਼ੀਅਲ ਸਟੇਟਸ। ਫਿਰ ਇੱਦਾਂ ਵੀ ਕਿ ਜਿਹੜੇ ਤੋਂ ਐਸਸੀ ਬੱਚੇ ਆ ਉਹਨਾਂ ਲਈ ਤਾਂ ਗੌਰਮੈਂਟ ਵੱਲੋਂ ਸਕਾਲਰਸ਼ਿਪ ਹੈ, ਉਹਨਾਂ ਨੂੰ ਤਾਂ ਸਕਾਲਰਸ਼ਿਪ ਵੀ ਮਿਲ ਜਾਣੀ ਆ ਅਤੇ ਉਹਨਾਂ ਦਾ ਫ੍ਰੀ ਵਰਗਾ ਕੋਰਸ ਹੋ ਜਾਣਾ ਜਿਹੜੇ ਐਸਸੀ ਬੱਚੇ ਨੇ। ਕਿਉਂਕਿ ਉਹ ਜਿਹੜੀ ਪੰਜਾਬ ਸਰਕਾਰ ਦੀ ਸਕਾਲਰਸ਼ਿਪ ਸਕੀਮਸ ਸੈਂਟਰ ਦੀਆਂ ਸਾਰੀਆਂ ਤੁਹਾਡੇ 'ਤੇ ਲਾਗੂ ਹੁੰਦੀਆਂ ਨੇ ਕਾਲਜ ਦੇ ਵਿੱਚ? ਹਾਂਜੀ, ਸਾਡੇ ਕੋਲ ਇੱਕ ਤਾਂ ਪੰਜਾਬ ਗੌਰਮੈਂਟ ਦੀ ਸਕੀਮ ਹੈ ਕਿਉਂਕਿ ਕਾਲਜ ਜਿਹੜਾ ਪੰਜਾਬ ਦੇ ਅੰਡਰ ਹੈ ਨਾ, ਅਤੇ ਇੱਕ ਮਾਈਨੋਰਿਟੀ ਵਾਲੀ, ਜਿਵੇਂ ਸਿੱਖ ਮਾਈਨੋਰਿਟੀ ਹੈ, ਇੱਦਾਂ ਕਰਕੇ ਨਾ ਜਿਹੜੇ ਮਾਈਨੋਰਿਟੀ ਚਾਹੁੰਦੇ ਆ ਉਹ ਵਾਲੇ ਵੀ ਹੈਗੇ ਆ। ਇਹ ਬੱਚੇ ਖੁਦ ਅਪਲਾਈ ਕਰ ਸਕਦੇ ਆ, ਜੇ ਉਹ ਸਾਨੂੰ ਕਹਿਣਗੇ ਅਸੀਂ ਵੀ ਇੱਥੇ ਅਪਲਾਈ ਕਰ ਦਾਂਗੇ। ਪਰ ਮਤਲਬ ਇਹ ਆ ਕਿ ਜਿਹੜੀਆਂ ਫਿਰ ਰਿਲੈਕਸੇਸ਼ਨ ਵੀ ਦਿੱਤੀ ਜਾਂਦੀ ਆ ਆਮ ਬੱਚੇ ਨੂੰ ਜਿਹਦਾ ਫਾਈਨੈਂਸ਼ੀਅਲੀ ਬੈਕਗਰਾਊਂਡ ਗੁੱਡ ਨਹੀਂ ਹੈ। ਬਾਕੀ ਜੇ ਫੀਸ ਸਾਰੇ ਸਾਲ ਦੇ ਵਿੱਚ ਇੱਕੋ ਵਾਰੀ ਭਰਨੀ, 2 ਵਾਰੀ ਆ ਕਿ ਅਲੱਗ-ਅਲੱਗ ਜਿਸ ਤਰ੍ਹਾਂ ਇੰਸਟਾਲਮੈਂਟ? ਦੇਖੋ ਇੱਦਾਂ ਹੈ ਕਿ ਕਈ ਬੱਚੇ ਬਹੁਤ ਅੱਛੀ ਫੈਮਿਲੀ ਤੋਂ ਹੁੰਦੇ ਆ, ਉਹ ਇੱਕ ਵਾਰੀ ਭਰ ਦਿੰਦੇ ਨੇ। ਕਈ ਬੱਚੇ ਸਾਨੂੰ ਦੇਖਣਾ ਪੈਂਦਾ, ਉਹਨਾਂ ਨੂੰ 3 ਇੰਸਟਾਲਮੈਂਟ ਦੇਣੇ ਪੈਂਦੀਆਂ, ਕਈਆਂ ਨੂੰ 4 ਦੇਣੀਆਂ ਪੈਂਦੀਆਂ। ਅੱਛਾ, ਕਈਆਂ ਨੂੰ ਫਿਰ ਕਈ ਵਾਰੀ ਬੜੇ ਲੋ ਇਨਕਮ ਵਾਲੇ ਬੱਚੇ ਵੀ ਆ ਜਾਂਦੇ, ਫਿਰ ਉਹਨਾਂ ਨੂੰ ਅਸੀਂ ਕਹਿੰਦੇ ਵੀ ਤੁਸੀਂ ਮੰਥਲੀ ਦੇ ਦਿਓ, ਥੋੜ੍ਹਾ ਕਰਕੇ। ਹਾਂ, ਮਤਲਬ ਕਿ ਪੜ੍ਹਾਈ ਦਾ ਮੌਕਾ ਦੇ ਰਹੇ ਹੋ ਉਹਦੇ ਨਾਲ? ਹਾਂ, ਪੜ੍ਹਾਈ ਦਾ ਮੌਕਾ ਹਰ ਬੱਚੇ ਨੂੰ ਦੇ ਰਹੇ, ਜੋ ਵੀ ਇੱਥੇ ਆ ਜਾਂਦਾ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਅਗਰ ਜ਼ਿਆਦਾ ਪੂਰ ਬੱਚਾ ਸਰ ਕਈ ਵਾਰੀ 50% ਫੀਸ ਵੀ ਮਾਫ ਕਰ ਦਿੰਦੇ ਆ। ਹਾਂਜੀ, ਕਰ। ਔਰ ਮੈਮ ਇਹਦੇ 'ਚ ਕਈ ਬੱਚੇ ਫ੍ਰੀ ਵੀ ਪੜ੍ਹ ਜਾਂਦੇ ਆ, ਜਿਹੜੇ ਜ਼ਿਆਦਾ ਪੂਰ ਹੈ ਫ੍ਰੀ ਵੀ ਪੜ੍ਹ ਜਾਂਦੇ ਆ। ਮਤਲਬ ਸੰਸਥਾ ਨੂੰ ਸਹੀ ਜਿਹੜਾ ਸੋਸ਼ਲ ਕਾਜ਼ ਦੇ ਲਈ ਵੀ ਤੁਸੀਂ? ਹਾਂਜੀ, ਸੋਸ਼ਲ ਕਾਜ਼ ਦੇ ਲਈ ਵੀ ਕਰਦੇ। ਇੱਕ ਇਹ ਸੋਸ਼ਲ ਕਾਜ਼ ਹੋ ਗਿਆ। ਬਾਕੀ ਜਿਹੜੇ ਸਾਡੇ ਨਾ ਆਸ-ਪਾਸ ਜਿਵੇਂ ਗਵਰਨਮੈਂਟ ਹਸਪੀਟਲ ਹੈ, 6 ਫੇਜ਼ ਹਸਪੀਟਲ ਹੈ, ਖਰੜ ਹੈ ਔਰ ਕੁਰਾਲੀ ਹੈ, ਬਾਕੀ 16 ਸੈਕਟਰ ਹੈ, ਮਲਟੀ ਸਪੈਸ਼ਲਟੀ ਹਸਪੀਟਲ ਹੈ ਨਾ, ਗਵਰਨਮੈਂਟ ਦਾ ਹੈਗਾ, यूटी गवर्नमेंट ਦਾ ਹੈ। ਅਤੇ ਇਹਨਾਂ ਨੂੰ ਕਈ ਵਾਰ ਬੱਚਿਆਂ ਦੀ ਜ਼ਰੂਰਤ ਹੁੰਦੀ ਤਾਂ ਹਮ ਹੈਲਪ ਕਰਦੇ ਹੈਗੇ। ਹਾਂਜੀ। ਔਰ ਇਹਦੇ 'ਚ ਇੱਕ ਇਹ ਵੀ ਹੈ ਕਿ ਪਲੇਸਮੈਂਟਸ ਕਿੱਥੇ ਨੇ, ਜਿਹੜੇ ਕੋਰਸਿਸ ਤੁਸੀਂ ਆਫਰ ਕਰਦੇ ਹੋ, ਨੌਕਰੀਆਂ ਕਿੱਥੇ ਮਿਲ ਰਹੀਆਂ ਨੇ? ਨੌਕਰੀਆਂ ਦਾ ਸਭ ਤੋਂ ਪਹਿਲੀ ਜਿਹੜੀ ਅਪਰਚੁਨਿਟੀ ਹੈ ਇਹਨਾਂ ਨੂੰ ਗਵਰਨਮੈਂਟ ਜੌਬ ਦੀ ਹੈ, ਕਿਉਂਕਿ ਬੱਚੇ ਸਾਡੇ ਇਸ ਕਾਲਜ ਦੇ ਵਿੱਚ ਹਰ ਸਟੇਟ ਤੋਂ ਬੱਚਾ ਆ ਰਿਹਾ, ਅਤੇ ਜੰਮੂ ਤੋਂ ਵੀ ਆ ਰਿਹਾ, ਹਰਿਆਣੇ ਤੋਂ ਆ ਰਿਹਾ, ਪੰਜਾਬ ਤੋਂ ਆ ਰਿਹਾ, ਇੱਧਰ यूटी ਚੰਡੀਗੜ੍ਹ ਦੇ ਵਿੱਚੋਂ ਵੀ ਹੈ, ਅਤੇ ਬਾਕੀ ਲੇਹ ਲਦਾਖ, ਮਨੀਪੁਰ, ਕੇਰਲਾ, ਸਾਰੀ ਸਟੇਟ ਦੇ ਵਿੱਚੋਂ ਬੱਚੇ ਇੱਥੇ ਆ ਕੇ ਕੋਰਸ ਕਰਦੇ ਨੇ। ਇਹਨਾਂ ਨੂੰ ਪਹਿਲੀ ਓਪਰਚੁਨਿਟੀ ਦਾ ਹੈ ਕਿ ਇਹਨਾਂ ਦੀ ਆਪਣੀ ਸਟੇਟ ਦੇ ਵਿੱਚ ਜੋ ਵੀ ਗਵਰਨਮੈਂਟ ਜੌਬਸ ਨਿਕਲਦੀਆਂ ਨੇ, ਅੱਜ ਕੱਲ੍ਹ ਤਾਂ ਸੈਲਰੀਜ਼ ਜਿਹੜੀਆਂ ਨੇ ਉਹ ਆਈ ਥਿੰਕ 70,000 ਤੋਂ ਉੱਪਰ ਸੈਲਰੀ ਗਵਰਨਮੈਂਟ ਨੇ ਸੈੱਟ ਕਰ ਰੱਖੀ ਹੈ ਨਰਸਿੰਗ ਉਹਦੇ ਵਿੱਚ, ਗਵਰਨਮੈਂਟ ਦੇ ਵਿੱਚ। ਤਾਂ ਇਹ ਪਹਿਲੇ ਆਪਣੇ ਹੀ ਕੰਟਰੀ ਦੇ ਵਿੱਚ ਇਫ ਦੇ ਵਾਂਟ ਟੂ ਸਰਵ, ਇਹ ਤੋਂ ਇੱਕ ਪੈਟਰਨ ਚੱਲ ਗਿਆ ਕਿ ਬੱਚੇ ਬਾਹਰ ਜਾਈ ਜਾ ਰਹੇ ਆ। ਬਟ ਅਗਰ ਉਹ ਇੱਥੇ ਰਹਿਣ, ਇੱਥੇ ਹੀ ਗਵਰਨਮੈਂਟ ਨੇ ਬਹੁਤ ਅੱਛੀ ਓਪਰਚੁਨਿਟੀਜ਼ ਨਰਸਿਸ ਨੂੰ ਦਿੱਤੀਆਂ ਹੋਈਆਂ ਨੇ, ਅੱਛੀ ਸੈਲਰੀ ਵੀ ਹੈ। ਅਗਰ ਅਸੀਂ ਮਤਲਬ 30 ਸਾਲ ਪਹਿਲੇ ਦੀ ਗੱਲ ਕਰੀਏ, ਉਦੋਂ ਸੈਲਰੀਆਂ ਸ਼ੁਰੂ ਹੁੰਦੀਆਂ ਸੀ 20,000 ਮਤਲਬ 25,000 ਇੰਨੀ ਕੁ ਸਾਡੀ, ਬਿਕੋਜ਼ ਆਈ ਐਮ ਰਿਟਾਇਰਡ ਫਰੋਮ ਗਵਰਨਮੈਂਟ। ਲੇਕਿਨ ਇਸ ਟਾਈਮ 'ਤੇ ਸੈਲਰੀ ਹੈ ਕਿ 60-70,000 ਤੋਂ ਸ਼ੁਰੂ ਹੁੰਦੀ ਹੈ। ਤਾਂ ਬੜਾ ਅੱਛੀ ਅਪਰਚੁਨਿਟੀ ਗਵਰਨਮੈਂਟ ਨੇ ਦਿੱਤੀ ਹੋਈ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ, ਹਰ ਸਟੇਟ 'ਚ, ਨਾਟ ਓਨਲੀ ਇਨ ਪੰਜਾਬ, ਆਈ ਥਿੰਕ ਹਰ ਸਟੇਟ ਦੇ ਵਿੱਚ ਸੈਲਰੀਜ਼ ਬਰਾਬਰ ਹੈ। ਅੱਛਾ, ਇਹ ਵੀ ਨਰਸਿੰਗ ਦੀ ਪੜ੍ਹਾਈ ਦੇ ਲਈ ਇਹ ਵੀ ਕਿਹਾ ਜਾਂਦਾ ਕਿ ਜ਼ਿਆਦਾ ਕੁੜੀਆਂ ਹੀ ਜਾਂਦੀਆਂ ਨੇ ਅੱਗੇ, ਹੈ ਨਾ, ਨਰਸਿਸ ਕੁੜੀਆਂ ਹੀ ਹੁੰਦੀਆਂ ਨੇ। ਕੀ ਮੁੰਡੇ ਵੀ ਇਹ ਪੜ੍ਹਾਈ ਕਰ ਸਕਦੇ ਨੇ ਜੀ? ਹਾਂ, ਲੜਕੇ ਕਰ ਸਕਦੇ ਆ, ਸਾਡੇ ਕਾਲਜ 'ਚ ਲੜਕੇ ਵੀ ਨੇ।
वो जीएनएम भी कर रहे हैं, मतलब कई बच्चे बीएससी भी कर ਰਹੇ हैं, कर ਸਕਦੇ ਆ ਲੜਕੇ ਵੀ। ਲੜਕਿਆਂ ਵਾਸਤੇ ਤਾਂ ਬਲਕਿ ਬਹੁਤ ਅੱਛਾ ਹੈ, ਕਿਉਂਕਿ ਹਸਪੀਟਲਾਂ ਦੇ ਵਿੱਚ ਕਈ ਇੱਦਾਂ ਦੇ ਡਿਪਾਰਟਮੈਂਟ ਹੁੰਦੇ ਨੇ, ਜਿੱਦਾਂ ਆਰਥੋਪੈਡਿਕ ਲਗਾ ਲਓ, ਸਰਜਰੀ ਦਾ ਲਗਾ ਲਓ, ਉਹਦੇ ਵਿੱਚ ਲੜਕਿਆਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਪੇਸ਼ੈਂਟ ਨੂੰ ਸ਼ਿਫਟ ਕਰਨਾ, ਉਠਾਉਣਾ, ਤੇ ਲੜਕਿਆਂ ਦੀ ਕਈ ਜਗ੍ਹਾ 'ਤੇ ਕਾਫੀ ਡਿਮਾਂਡ ਹੈ ਨਰਸਿੰਗ ਦੇ ਵਿੱਚ। ਕਰ ਸਕਦੇ ਆ ਆਰਾਮ ਨਾਲ, ਲੜਕੇ ਕੋਈ ਵੀ ਕੋਰਸ ਕਰ ਸਕਦੇ ਆ। ਬਾਹਰ ਜਾਣ ਦਾ ਬੜਾ ਇੱਕ ਰੁਝਾਨ ਹੈ ਪੰਜਾਬ ਦੇ ਵਿੱਚ, ਕੀ ਤੁਹਾਡੇ ਤੋਂ ਪੜ੍ਹ ਕੇ ਬਾਹਰ ਜਾਣ ਦੇ ਲਈ ਵੀ ਬੱਚਿਆਂ ਦੇ ਲਈ ਰਸਤਾ ਖੁੱਲ੍ਹਦਾ ਹੈਗਾ, ਅੱਗੇ ਜਾ ਕੇ ਹੋਰ ਪੜ੍ਹ ਸਕਣ ਜਾਂ ਬਾਹਰ ਜਾ ਕੇ ਸਿੱਧਾ ਨੌਕਰੀ ਹੀ ਮਿਲ ਜੇ ਉਹਨੂੰ? ਹਾਂਜੀ, ਹਾਂ, ਇੱਦਾਂ ਹੁੰਦਾ ਜਿਵੇਂ ਸਪੋਜ਼ ਕਰੋ ਜੀਐਨਐਮ ਕੋਰਸ ਬੱਚੇ ਨੇ ਕਰ ਲਿਆ, ਜਾਂ ਫਿਰ ਬੀਐਸਸੀ ਕਰ ਲਈ, ਜਾਂ ਪੋਸਟ ਬੇਸਿਕ ਬੀਐਸਸੀ ਕਰ ਲਈ, ਉਸ ਤੋਂ ਬਾਅਦ ਉਹ 1 ਸਾਲ ਕਲੀਨਿਕਲ ਦੇ ਵਿੱਚ ਜੌਬ ਕਰੇ, ਉਸ ਤੋਂ ਬਾਅਦ ਪੀਆਰ ਅਪਲਾਈ ਕਰਦੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਯੂਕੇ, ਅਤੇ ਪੀਆਰ ਫਾਈਲ ਲੱਗ ਜਾਂਦੀ 1 ਸਾਲ ਦਾ ਐਕਸਪੀਰੀਅੰਸ ਲੈਣ ਤੋਂ ਬਾਅਦ। ਈਵਨ ਅੱਜ ਕੱਲ੍ਹ ਤਾਂ ਜਿੱਦਾਂ ਹੁਣ ਦੁਬਈ ਦੇ ਬੜਾ ਮਤਲਬ ਬਿਲਕੁਲ ਘੱਟ ਉਹਦੇ ਵਿੱਚ ਘੱਟ ਪੈਸੇ ਦੇ ਵਿੱਚ ਇਹ ਜਾ ਸਕਦੇ ਆ ਬੱਚੇ, ਉੱਥੇ ਦੁਬਈ ਵੀ ਜਾ ਸਕਦੇ ਆ। ਇਹ ਤਾਂ ਹੁਣੇ ਹੋਇਆ, ਪਹਿਲੇ ਤਾਂ ਖੈਰ ਨਹੀਂ ਸੀ, ਪਹਿਲੇ ਬੱਚੇ ਇੱਥੇ ਹੀ ਜਾਂਦੇ ਸੀ। ਆ ਜਿਹੜੇ 4 ਕੰਟਰੀ ਆ, ਯੂਕੇ ਗਏ, ਕੈਨੇਡਾ ਗਏ, ਯੂਐਸਏ ਗਏ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ। ਪਰ ਅੱਜ ਕੱਲ੍ਹ ਦੁਬਈ ਵਾਲਿਆਂ ਨੂੰ ਵੀ ਬੜੇ ਘੱਟ ਪੈਸੇ ਦੇ ਵਿੱਚ ਇਹਨਾਂ ਨੂੰ ਕਾਫੀ ਮੌਕੇ ਵੱਡੇ ਦਿੱਤੇ ਹੋਏ ਆ ਹਸਪੀਟਲਸ ਦੇ ਵਿੱਚ। ਹਸਪੀਟਲ ਦੇ ਹਸਪੀਟਲ ਬਾਹਰ ਇੱਦਾਂ ਹੁੰਦਾ, ਇੱਕ ਤਾਂ ਹਸਪੀਟਲ 'ਚ ਜਾ ਸਕਦੇ ਆ, ਇੱਕ ਇਹਨਾਂ ਦੀ ਹੋਮ ਕੇਅਰ ਹੁੰਦੀ ਆ। ਅੱਛਾ, ਇੱਕ ਤਾਂ ਇਹ ਹੋ ਗਿਆ, ਔਰ ਦੂਸਰੀ ਓਪਰਚੁਨਿਟੀ ਇਹਨਾਂ ਨੂੰ ਬਾਹਰ ਇਹ ਹੈ ਕਿ ਇਹ ਫਰਦਰ ਸਟੱਡੀ ਵਾਸਤੇ ਜਾ ਸਕਦੇ ਆ। ਅਗਰ ਬੱਚੇ ਨੇ ਜੀਐਨਐਮ ਕਰ ਲਈ ਤਾਂ ਉਹ ਬੀਐਸਸੀ ਲਈ ਅੱਗੇ ਕੋਰਸ ਕਰ ਸਕਦਾ ਹੈ, ਅਗਰ ਬੱਚੇ ਨੇ ਬੀਐਸਸੀ ਕਰ ਲਈ ਤਾਂ ਮਾਸਟਰ ਅੱਗੇ ਕੋਰਸ ਬਾਹਰ ਜਾ ਕੇ ਕਰ ਸਕਦਾ, ਫਿਰ ਉੱਥੇ ਅੱਛੀ ਤਰ੍ਹਾਂ ਸੈਟਲ ਹੋ ਸਕਦਾ। ਉੱਥੇ ਤਾਂ ਸੈਲਰੀਜ਼ ਕਾਫੀ ਜ਼ਿਆਦਾ, ਮੋਰ ਦੈਨ ਆਈ ਥਿੰਕ 3-4 ਲੱਖ ਪਰ ਮੰਥ ਕਰਕੇ। ਆਸਟ੍ਰੇਲੀਆ ਦੇ ਵਿੱਚ ਵੀ ਡਾਕਟਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਨਰਸਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ। ਹਾਂ, ਬਿਲਕੁਲ, ਹਰ ਜਗ੍ਹਾ ਹੀ ਹੈ। ਈਵਨ ਬਾਹਰ ਨਹੀਂ, ਆਪਾਂ ਕਹਿੰਦੇ ਆਪਣੇ ਕੰਟਰੀ 'ਚ ਵੀ ਡਿਮਾਂਡ ਹੈ, ਆਪਣੇ ਵੀ ਘੱਟ ਹੈ। ਹਾਂ, ਹੁਣ ਤਾਂ ਆਪਣੇ ਵੀ ਸੈਲਰੀ ਬਹੁਤ ਹੋ ਗਈਆਂ, ਬਾਹਰ ਜਾਣ ਦੀ ਮੈਨੂੰ ਤਾਂ ਲੱਗਦਾ ਨਹੀਂ ਜ਼ਰੂਰਤ ਹੈ, ਬਟ ਬੱਚੇ ਇੰਟਰਸਟਡ ਹੁੰਦੇ ਆ, ਵਰਲਡ ਨੂੰ ਐਕਸਪਲੋਰ ਕਰਨਾ ਚਾਹੁੰਦੇ ਆ, ਅਤੇ ਉਹ ਜ਼ਰੂਰ ਜਾਣ, ਦੇਖਣ ਅਤੇ ਕੀ ਹੋ ਰਿਹਾ ਬਾਹਰ, ਕੀ ਹੋ ਰਿਹਾ। ਦੇ ਸ਼ੁੱਡ ਲਾਈਕ ਗੋ ਐਂਡ ਸੀ ਇਟ। ਹੁਣ ਐਡਮਿਸ਼ਨਸ ਕਦੋਂ ਤੱਕ ਤੁਹਾਡੇ ਕਾਲਜ ਦੇ ਵਿੱਚ ਓਪਨ ਨੇ ਜੀ? ਹੁਣ ਮੋਸਟ ਪ੍ਰੋਬੇਬਲੀ ਸ਼ੁਰੂ ਤੋਂ ਹੋ ਗਈਆਂ ਐਡਮਿਸ਼ਨਾਂ, ਅਕਤੂਬਰ ਨਵੰਬਰ ਤੱਕ ਐਡਮਿਸ਼ਨਾਂ ਚੱਲਣਗੀਆਂ ਹੁਣ। ਹੋਸਟਲ ਦੀ ਫੈਸਿਲਿਟੀ ਵੀ ਤੁਸੀਂ ਨਾਲ ਬੱਚਿਆਂ ਨੂੰ ਦਿੰਦੇ ਹੋ? ਹਾਂਜੀ, ਹੋਸਟਲ ਹੈ, ਇਹ ਜਿਹੜਾ ਸਾਡਾ ਸਾਈਡ 'ਤੇ ਬਿਲਡਿੰਗ ਹੈ, ਅਤੇ ਉਹ ਸਾਡਾ ਹੋਸਟਲ ਹੈ। ਹੋਸਟਲ ਜਿਹੜਾ ਨੀਚੇ ਮੈਸ ਹੈ, ਅਤੇ ਵਾਰਡਨ ਬਹੁਤ ਅੱਛਾ ਬੱਚਿਆਂ ਨੂੰ ਕੇਅਰ ਕਰਦੇ ਆ। ਈਵਨ ਅਸੀਂ ਵੀ ਕਰਦੇ ਹਾਂ। ਹੁਣ ਜਿਵੇਂ ਬੱਚੇ ਸਾਡੇ ਕੋਲ ਆਉਂਦੇ, ਪੇਰੈਂਟਸ ਆਉਂਦੇ ਆ ਐਡਮਿਸ਼ਨ ਦੇ ਟਾਈਮ, ਅਸੀਂ ਪੇਰੈਂਟਸ ਨੂੰ ਕਹਿੰਦੇ ਹਾਂ ਜੀ ਹੁਣ ਤੱਕ ਤੇ ਤੁਸੀਂ ਉਹਨਾਂ ਦੇ ਪੇਰੈਂਟਸ ਹੀ, ਹੁਣ ਸਾਲ ਮਤਲਬ 2 ਸਾਲ ਜਾਂ 4 ਸਾਲ, ਜੈਸੇ ਡਿਗਰੀ ਕੋਰਸ 4 ਸਾਲ ਦਾ ਹੈ, ਜੀਐਨਐਮ ਦਾ 3 ਸਾਲ ਦਾ, ਅਤੇ ਮਾਸਟਰ ਵੀ 2 ਸਾਲ ਦਾ। ਵੀ ਜਿੰਨਾ ਟਾਈਮ ਸਾਡੇ ਕੋਲ ਹੁਣ ਰਹੇਗਾ, ਹੁਣ ਅਸੀਂ ਇਹਨਾਂ ਦੇ ਪੇਰੈਂਟਸ ਹਾਂ। ਵਾਰਡਨ ਵੀ ਕੇਅਰ ਕਰਦੀ ਹਾਂ, ਔਰ ਦੂਸਰਾ ਅਗਰ ਕਈ ਵਾਰ ਇੱਦਾਂ ਦੀ ਦਿੱਕਤ ਆ ਜਾਂਦੀ, ਸਾਡੇ ਜਿਹੜੇ ਟੀਚਰਸ ਹੈ ਉਹ ਵੀ ਬੱਚਿਆਂ ਦਾ ਬਹੁਤ ਧਿਆਨ ਰੱਖਦੇ ਨੇ। ਈਵਨ ਮੀ ਆਲਸੋ, ਅਗਰ ਕਈ ਵਾਰੀ ਕੁਛ ਹੋ ਜਾਂਦਾ ਤਾਂ ਸਾਨੂੰ ਵੀ ਕਈ ਵਾਰੀ ਹੋਸਟਲ ਜਾ ਕੇ ਰਾਊਂਡ ਕਰਨਾ ਪੈਂਦਾ, ਦੇਖਦੇ ਹਾਂ ਕਿ ਬੱਚੇ ਪੜ੍ਹਦੇ ਆ ਅੱਛੀ ਤਰ੍ਹਾਂ। ਇਹ ਇੱਕ ਮਤਲਬ ਅੱਛਾ ਐਟਮੋਸਫੀਅਰ ਕ੍ਰੀਏਟ ਕਰਨ ਲਈ ਨਾ, ਜੋ ਸਾਰੇ ਨੂੰ ਪਾਰਟੀਸਪੇਟ ਕਰਨਾ ਪੈਂਦਾ। ਇਹ ਨਹੀਂ ਕਿ ਇੱਕ ਹੋਸਟਲ ਵਾਰਡਨ ਹੀ ਦੇਖ ਰਹੀ ਹੈ ਸਾਰਾ ਹੋਸਟਲ, ਨਹੀਂ, ਸਾਰੇ ਟੀਚਰਸ ਵੀ ਰਾਊਂਡ ਕਰਦੇ ਆ, ਈਵਨ ਮੈਂ ਵੀ ਕਰਦੀ ਹਾਂ ਵਿੱਚ ਆ ਕੇ। ਹੋਰ ਕੋਈ ਜਾਣਕਾਰੀ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਦਾਖਲੇ ਨੂੰ ਲੈ ਕੇ, ਜਾਂ ਬੱਚਿਆਂ ਦੇ ਮਾਪੇ ਦੇਖ ਰਹੇ ਨੇ, ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਨਰਸਿੰਗ ਕਰਦੇ ਆ, ਮਤਲਬ ਪੇਰੈਂਟਸ ਜਿਵੇਂ +2 ਮੈਡੀਕਲ ਪਾਸ ਕਰ ਲਿਆ ਜਾਂ ਫਿਰ +2 ਆਰਟਸ ਕਰ ਲਿਆ, ਉਹਨਾਂ ਨੂੰ ਨਰਸਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ, ਕਿਉਂਕਿ ਨਰਸਿੰਗ ਇੱਕ ਐਸਾ ਡਿਪਾਰਟਮੈਂਟ ਹੈ ਕਿ ਜੌਬਸ ਬਹੁਤ ਜ਼ਿਆਦਾ ਹੈ, ਔਰ ਵਰਕ ਫॉर ऑल टाइम ਹੈ। ਕਦੀ ਵੀ ਬੱਚਾ ਘਰ ਫ੍ਰੀ ਨਹੀਂ ਬੈਠੇਗਾ। ਔਰ ਸਾਡੇ ਜਿਹੜਾ ਇਹ ਕਾਲਜ ਮੈਂ ਰეკਮੈਂਡ ਇਸ ਲਈ ਕਰਾਂਗੀ ਕਿਉਂਕਿ ਇਹ ਕਾਲਜ 1997 ਦੇ ਵਿੱਚ ਸਟਾਰਟ ਹੋਇਆ ਸੀ ਸਾਡਾ, ਔਰ ਸਭ ਤੋਂ ਕਾਲਜ ਦੇ ਵਿੱਚ ਸਭ ਤੋਂ ਪਹਿਲਾ ਕਾਲਜ ਹੈ। ਔਰ ਸੈਕਿੰਡ ਥਿੰਗ ਕਿ ਪੀਜੀਆਈ ਦਾ ਤੁਸੀਂ ਦੇਖਿਆ, ਸਭ ਤੋਂ ਪਹਿਲਾਂ ਪੀਜੀਆਈ ਦੇ ਵਿੱਚ ਨਰਸਿੰਗ ਹੁੰਦੀ ਸੀ। ਡਾਕਟਰ ਇੰਦਰਜੀਤ ਵਾਲੀਆ ਉੱਥੇ ਪ੍ਰਿੰਸੀਪਲ ਹੁੰਦੇ ਸੀ। ਸ਼ੀ ਇਜ਼ ਮਾਈ ਟੀਚਰ ਆਲਸੋ and very excellent leader in nursing and expert in nursing and research also.
ਉਹਨਾਂ ਨੇ ਇੱਥੇ ਆ ਕੇ ਇਹ ਸ਼ੁਰੂ ਕਰਿਆ ਸੀਗਾ। ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਜੌਬ ਕਰੀ ਹੈ। ਦੇਖੋ ਉੱਥੇ ਜਿਹੜਾ ਪੀਜੀ ਦਾ ਨਵਾਂ ਵੀ ਕਾਲਜ ਬਣਿਆ, ਉਹਦਾ ਇਨਫਰਾਸਟ੍ਰਕਚਰ ਐਵਰੀਥਿੰਗ ਉਹਨਾਂ ਨੇ ਬਣਾਇਆ ਸੀ, ਕਿਉਂਕਿ ਪਹਿਲੇ ਪੁਰਾਣਾ ਸੀਗਾ, ਇੱਕੋ ਹੀ ਫਲੋਰ ਤੇ ਚੱਲ ਰਿਹਾ ਸੀ ਉੱਥੇ ਪੀਜੀਸ। ਫਿਰ ਉਹਨਾਂ ਨੇ ਉਹ ਨਵਾਂ ਬਣਾਇਆ ਸੀ ਆਪਣੇ ਅਕੋਰਡਿੰਗ। ਇਹਨਾਂ 30 ਸਾਲ ਦੇ ਕਰੀਬ ਤੋਂ ਚੱਲ ਰਿਹਾ ਸੀ। ਹਾਂ, ਉਹਨਾਂ ਨੇ ਵੀ ਇੱਥੇ ਜੌਬ ਕਰੀ ਹੋਈ ਹੈ। ਉਸ ਤੋਂ ਬਾਅਦ ਹੋਰ ਪ੍ਰਿੰਸੀਪਲ ਪੀਜੀ ਦੇ ਜਿਵੇਂ ਡਾਕਟਰ ਕਿਰਨ ਬੱਤਰਾ ਹੈ, ਡਾਕਟਰ ਅਵਿਨਾਸ਼ ਰਾਣਾ, ਮਤਲਬ ਉੱਥੋਂ ਰਿਟਾਇਰਡ ਹੋ ਕੇ ਸਭ ਨੇ ਇੱਥੇ ਜੌਬ ਕਰੀ ਹੋਈ। ਮਤਲਬ ਇਹਨੂੰ ਬਹੁਤ ਅੱਛਾ ਐਸਟੈਬਲਿਸ਼ ਕਰਿਆ। ਮੈਂ ਤਾਂ ਹੁਣ 2 ਸਾਲ ਤੋਂ ਆਈ ਹਾਂ, 2-2.5 ਸਾਲ ਤੋਂ। ਮਤਲਬ ਪਹਿਲੇ ਆਲਰੇਡੀ ਇੰਨਾ ਅੱਛਾ ਐਸਟੈਬਲਿਸ਼ ਕਰਿਆ ਹੋਇਆ, ਲੈਬਸ ਇੰਨੀਆਂ ਅੱਛੀਆਂ ਸਾਡੀਆਂ ਸਾਰੀਆਂ 5 ਦੀਆਂ 5। ਇੱਕ ਅਸੀਂ ਹੋਰ ਐਕਸਟਰਾ ਐਡਵਾਂਸ ਲੈਬ ਇੱਥੇ ਬਣਾਈ ਹੈ। ਲੈਬ ਉਹ ਨਹੀਂ ਕਿ ਬੱਚੇ ਜਿੱਦਾਂ ਹਸਪੀਟਲ ਜਾਣ ਤੋਂ ਪਹਿਲੇ ਲੈਬ ਦੇ ਵਿੱਚ ਕੰਮ ਸਿੱਖਦੇ ਨੇ, ਫਿਰ ਉਹਨਾਂ ਨੂੰ ਅਸੀਂ ਹਸਪੀਟਲ ਭੇਜਦੇ ਹਾਂ। ਤਾਂ ਉਹ ਬੜੀ ਅੱਛੀ, ਹਾਂ, ਪ੍ਰੈਕਟੀਕਲ ਪੂਰੀ ਤਿਆਰੀ ਕਰਾਉਂਦੇ ਆ। ਤੇ ਮੈਂ ਰეკਮੈਂਡ ਕਰਾਂਗੀ ਜੋ ਆਸ-ਪਾਸ ਦੇ ਜੋ ਵੀ ਪਿੰਡ ਹੈ ਜਾਂ ਫਿਰ ਸ਼ਹਿਰ ਹੈ ਕਿ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਸਭ ਤੋਂ ਪਹਿਲਾ ਕਾਲਜ ਔਰ ਬੈਸਟ ਕਾਲਜ ਹੈ ਪੰਜਾਬ ਦੇ ਵਿੱਚ। ਹਾਂਜੀ, ਥੈਂਕ ਯੂ ਸੋ ਮਚ। ਤੁਸੀਂ ਅਗਰ ਨਰਸਿੰਗ ਦੇ ਵਿੱਚ ਕਿਸੇ ਕੋਰਸ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਇਹ ਵੀ ਇੱਕ ਆਪਸ਼ਨ ਤੁਹਾਡੇ ਕੋਲ ਹੈ। ਤੁਸੀਂ ਇਹਨਾਂ ਦੇ ਨਾਲ ਗੱਲ ਵੀ ਕਰ ਸਕਦੇ ਹੋ। ਨੀਚੇ ਟੈਲੀਫੋਨ ਨੰਬਰ ਜ਼ਰੂਰ ਦਿੱਤਾ ਹੋਏਗਾ ਸਾਡੀ ਸਕਰੀਨ 'ਤੇ, ਤਾਂ ਤੁਸੀਂ ਉਸ 'ਤੇ ਵੀ ਸੰਪਰਕ ਕਰ ਸਕਦੇ ਹੋ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਦੇ ਨਾਲ। ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਵਿਸ਼ਾਲ। ਮੈਂ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ। ਧੰਨਵਾਦ।